दास हो सबन की रेणुका। तो आओ हमारे पास जेता जियो पिंड सब तेरा। तू अंतर जामी पुरख भगवान दासन दास कह जन नानक। जिहा तू कराए तिहा हो करी वख्यान। दासन दास कह जन नानक। जिहा तू कराई तिहा हो करी वख्यान। सतनाम श्री वाहिगुरु साहिब जी। असंख नाव असंख थाव अगम अगम असंख लो। असंख नाव असंख थाव अगम अगम असंख लो। वाहिगुरु जी का खालसा वाहिगुरु जी की फतेह। पतुत पावन भगत वछल जुगु जुग अटल। दसां ही पातशाहियां दी आत्मिक जोत स्वरूप शब्द अवतार धन सतगुरु श्री गुरु ग्रंथ साहिब जी महाराज सच्चे पातशाह जी दी किरपा रहमत बख्शिश दा सदका सतगुरु साहिब जी दी पावन हजूरी अंदर अमृत वेले तो सुंदर दीवान सजे हन। सजे हुए दीवान दे विच पंज बाणियां दे नितनेम श्री सुखमनी साहिब जी दे पाठ पातशाह जी दी वार दा कीर्तन होया। वडभागी जना ने इस सुभागे समय दा लाहा प्राप्त किया। आओ हुण कुछ समय वास्ते जो सतगुरु साहिब जी की कृपा का सदका इस विद्यालय के अंदर पावन गुरबाणी की कथा विचार चल रही है, उसका समा होया। पावन गुरबाणी की कथा विचार सरवण करके होर भी लाहा प्राप्त करिए। जिस तरह के गुरमुखों आपां रोजाना गुर इतिहास गुरबाणी की कथा विचार सरवण करते हैं, इस दे नाल नाल अज सिख राज दे महान जरनैल सरदार हरी सिंह नलवे का शहीदी दिहाड़ा है। अज दे दिन कौम के महान जेतू जरनैल हरी सिंह नलवे का शहीद हो गए सन। सिख राज की प्राप्ति वास्ते जमरौद इलाके दे विच डोगरियां दी गदारी का कारण हरी सिंह नलवे की शहीदी हुई। जिस तरह कि वर्तमान समय के अंदर भी डोगरे आ जिन्हां ने
ਸੰਨ 78 ਦੀ ਵਿਸਾਖੀ ਨੂੰ ਪੰਥ ਨਾਲ ਗੁਦਾਰੀ ਕੀਤੀ। 84 ਦੇ ਟੈਕ ਵੇਲੇ ਵੀ ਇਹਨਾਂ ਡੋਗਰਿਆਂ ਨੇ ਪੰਥ ਨਾਲ ਗਦਾਰੀ ਕੀਤੀ। ਬੀਤੇ ਸਮੇਂ ਤੇ ਵਰਤਮਾਨ ਸਮੇਂ ਦੇ ਵਿੱਚ ਵੀ ਸੰਨ 2015 ਵਿੱਚ ਥਾਵਾਂ ਥਾਵਾਂ 'ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ। ਇਹ ਡੋਗਰਿਆਂ ਦੀ ਗਦਾਰੀ ਦਾ ਕਾਰਨ ਇੱਕ ਤੇ ਧਿਆਨ ਸਿੰਘ ਡੋਗਰਾ ਸੀ, ਜਿਹਦੀ ਗਦਾਰੀ ਦੇ ਕਾਰਨ ਸਿੱਖ ਰਾਜ ਦਾ ਅੰਤ ਹੋਇਆ, ਸਿੱਖ ਰਾਜ ਦੀ ਸਮਾਪਤੀ ਹੋਈ। ਸਿੱਖ ਰਾਜ ਦਾ ਮਹਾਨ ਜਰਨੈਲ, ਜਿਹਨੂੰ ਗੁਰਮੁਖੋਂ ਕੋ ਮਾਤ ਨਹੀਂ ਪਾ ਸਕਦਾ, ਜਮਰੌਦ ਦੇ ਇਲਾਕੇ ਵਿੱਚ ਅੱਜ ਵੀ ਤੁਸੀਂ ਜਾਓਗੇ, ਅੱਜ ਹਰੀ ਸਿੰਘ ਨਲੂਏ ਦਾ ਨਾਮ ਚੱਲਦਾ ਹੈ। ਉਹਦੀ ਕਿੰਨੀ ਕੁ ਬੰਦਗੀ ਹੋਵੇਗੀ, ਕਿੰਨਾ ਕੁ ਉਹਦਾ ਉੱਚਾ ਤੇ ਸੁੱਚਾ ਆਚਰਣ ਹੋਵੇਗਾ। ਅੱਜ ਜਦੋਂ ਮੁਗਲ ਪਠਾਨਾਂ ਦੇ ਬੱਚੇ ਰੋਂਦੇ ਆ, ਉਹ ਆਪਣੀ ਭਾਸ਼ਾ ਦੇ ਵਿੱਚ ਹਰੀ ਸਿੰਘ ਨਲੂਏ ਦਾ ਨਾਂ ਲੈ ਕਰਕੇ ਅੱਜ ਵੀ ਆਪਣੇ ਬੱਚਿਆਂ ਨੂੰ ਚੁੱਪ ਕਰਾਉਂਦੇ ਆ। ਜਦੋਂ ਕੋਈ ਬੱਚਾ ਜਿੱਦ ਕਰਦਾ ਹੈ, ਉਹ ਰੋਂਦਾ ਹੈ, ਆਪਣੀ ਭਾਸ਼ਾ ਦੇ ਵਿੱਚ ਉਹ ਮਨੁੱਖ ਤੇ ਬੀਬੀਆਂ ਕਹਿੰਦੇ ਹਰੀਆ ਰਾਂਗ ਲੈ, ਹਰੀ ਸਿੰਘ ਨਲੂਆ ਆ ਗਿਆ। ਅੱਜ ਵੀ ਉਹਨਾਂ ਲੋਕਾਂ ਦੇ ਮਨਾਂ ਅੰਦਰ ਹਰੀ ਸਿੰਘ ਨਲੂਏ ਦੀ ਦਹਿਸ਼ਤ ਆ ਬਚਪਨ ਤੋਂ ਲੈ ਕਰਕੇ। ਹੁਣ ਬੱਚਿਆਂ ਨੇ ਹਰੀ ਸਿੰਘ ਨਲੂਆ ਵੇਖਿਆ ਨਹੀਂ, ਸੁਣਿਆ ਨਹੀਂ ਵੀ ਉਹ ਕੌਣ ਸੀ ਤੇ ਕਿਸ ਤਰ੍ਹਾਂ ਦਾ ਉਹਦਾ ਜੀਵਨ ਤੇ ਕਿਹੋ ਜਿਹਾ ਜਰਨੈਲ ਸੀ। ਪਰ ਆਪਣੇ ਵਡੇਰਿਆਂ ਦੀ ਜ਼ਬਾਨ ਤੋਂ ਹਰੀ ਸਿੰਘ ਨਲੂਏ ਦਾ ਨਾਂ ਸੁਣ ਕਰਕੇ ਅੱਜ ਮੁਗਲ ਪਠਾਨਾਂ ਦੇ ਗੁਰਮੁਖੂ ਬੱਚੇ ਅੱਜ ਵੀ ਰੋਂਦੇ ਰੋਂਦੇ ਚੁੱਪ ਕਰਦੇ ਆ। ਇੱਕ ਦਰਾ ਖੈਬਰ ਹੈ, ਦਰਾ ਖੈਬਰ। ਖੈਬਰ ਉਸ ਇਲਾਕੇ ਦਾ ਪਹਾੜੀਆਂ ਦਾ ਨਾਂ ਹੈ ਤੇ ਦਰਾ ਨਾਮ ਹੈ ਲਾਂਘੇ ਦਾ। ਇਸ ਦਾਰੇ ਖੈਬਰ ਤੋਂ ਮੁਗਲ ਪਠਾਨ ਆਉਂਦੇ ਸਨ ਹਿੰਦੁਸਤਾਨ ਨੂੰ ਲੁੱਟਣ ਵਾਸਤੇ ਤੇ ਕੁੱਟਣ ਵਾਸਤੇ। ਇਸ ਲਾਂਘੇ ਤੋਂ ਲੰਘਣਾ, ਮੌਜ ਮਸਤੀ ਕਰਨੀ, ਹਿੰਦੁਸਤਾਨੀ ਲੋਕਾਂ ਨੂੰ ਕੁੱਟਣਾ ਤੇ ਲੁੱਟਣਾ, ਹਿੰਦੁਸਤਾਨ ਦੀ ਇੱਜ਼ਤ ਆਬਰੂ ਨੂੰ ਬੰਦੀ ਬਣਾ ਕਰਕੇ ਤੇ ਆਪਣੇ ਨਾਲ ਲਿਜਾਣਾ, ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਬੰਦੀ ਬਣਾ ਕਰਕੇ ਗਜਨੀ ਦੇ ਬਾਜ਼ਾਰਾਂ ਵਿੱਚ ਵੇਚਣਾ, ਇਹ ਉਹਨਾਂ ਦਾ ਇੱਕ ਮੁੱਖ ਧੰਦਾ ਸੀ। ਦਰੇ ਖੈਬਰ ਨੂੰ ਅੱਜ ਤਾਂ ਹਿੰਦੁਸਤਾਨ ਦੇ ਲੋਕ ਬੜੀਆਂ ਡੀਂਗਾਂ ਮਾਰਦੇ ਆ, ਅਸੀਂ ਇਸ ਤਰ੍ਹਾਂ ਕਰਾਂਗੇ, ਅਸੀਂ ਇਸ ਤਰ੍ਹਾਂ ਕਰਾਂਗੇ, ਪਰ ਕੋਈ ਵੀ ਹਿੰਦੁਸਤਾਨੀ ਜਰਨੈਲ ਬਾਦਸ਼ਾਹ ਦਰੇ ਖੈਬਰ ਨੂੰ ਗੁਰਮੁਖੋਂ ਬੰਦ ਨਹੀਂ ਕਰ ਸਕਿਆ। ਉਹਦੀ ਚੜਾਈ ਕਿੰਨੀ ਆ? ਗੁਰਮੁਖੋਂ 12 ਮੀਟਰ ਉਸ ਦਰੇ ਖੈਬਰ ਦੀ ਚੜਾਈ ਆ। 12 ਮੀਟਰ ਦੇ ਲਾਂਘੇ ਨੂੰ ਦੁਨੀਆ ਦੀ ਤਾਕਤ ਹਿੰਦੁਸਤਾਨੀ ਲੋਕ ਗੁਰਮੁਖੋਂ ਬੰਦ ਨਹੀਂ ਕਰ ਸਕੇ। ਜਿਸ ਤਰ੍ਹਾਂ ਕਿ ਹਿੰਦੁਸਤਾਨ ਨੇ, ਸਰਕਾਰ ਨੇ ਪਾਕਿਸਤਾਨ ਦੇ ਬਾਰਡਰ 'ਤੇ ਕੰਡਿਆਲੀ ਤਾਰ ਲਾਈ ਆ, ਉਹਨਾਂ ਨੂੰ ਮਾਣ ਆ ਕਿ ਅਸੀਂ ਚੋਰੀ ਦਾ ਲਾਂਘਾ ਬੰਦ ਕਰ ਦਿੱਤਾ। ਉਸ ਤਾਰ ਦੇ ਉੱਪਰ ਲਾਈਟਾਂ ਲੱਗੀਆਂ ਜਿਹੜੀਆਂ ਰਾਤ ਨੂੰ ਚਾਨਣ ਕਰਦੀਆਂ। ਹਿੰਦੁਸਤਾਨ ਸਰਕਾਰ ਨੂੰ ਆਪਣੀ ਕੰਡਿਆਲੀ ਤਾਰ 'ਤੇ ਮਾਣ ਆ ਕਿ ਅਸੀਂ ਪਾਕਿਸਤਾਨ ਦੇ ਵਿੱਚੋਂ ਆਉਣ ਵਾਲੇ ਚੋਰੀ ਰਸਤੇ ਦੇ ਲਾਂਘੇ ਨੂੰ ਬੰਦ ਕਰ ਦਿੱਤਾ। ਇਸੇ ਤਰ੍ਹਾਂ ਚੀਨ ਦੇਸ਼ ਨੂੰ ਮਾਣ ਹੈ ਆਪਣੀ ਮਹਾਨ ਦੀਵਾਰ 'ਤੇ ਗੁਰਮੁਖੋ ਸਿੱਖ ਕੌਮ ਨੂੰ ਮਾਣ ਹੈ ਆਪਣੇ ਹਰੀ ਸਿੰਘ ਨਲੂਏ ਦੀ ਬਹਾਦਰੀ ਤੇ ਸੂਰਬੀਰਤਾ 'ਤੇ।
ਉਹਨੇ ਆਪਣੇ ਸਮੇਂ ਅੰਦਰ ਕੰਡਿਆਲੀ ਤਾਰ ਨਹੀਂ ਲਾਈ, ਦਰੇ ਖੈਬਰ ਦੇ ਅੰਦਰ ਕੋਈ ਦੀਵਾਰ ਨਹੀਂ ਕੱਢੀ। ਗੁਰਮਖੋ, ਦੁਨੀਆ ਦੀ ਤਾਕਤ ਦਰੇ ਖੈਬਰ ਨੂੰ ਬੰਦ ਨਹੀਂ ਕਰ ਸਕੀ। ਲੰਮਾ ਸਮਾਂ ਇਸ ਰਸਤੇ ਤੋਂ ਦੁਰਾਨੀ ਲੋਕ ਆ ਕਰਕੇ ਹਿੰਦੁਸਤਾਨ ਨੂੰ ਕੁੱਟਦੇ ਸਨ ਤੇ ਲੁੱਟਦੇ ਸਨ। ਇੱਜ਼ਤ ਆਬਰੂ ਨੂੰ ਬੰਦੀ ਬਣਾ ਕਰਕੇ ਤੇ ਆਪਣੇ ਨਾਲ ਲੈ ਜਾਂਦੇ ਸਨ। ਹਿੰਦੁਸਤਾਨ ਸਰਕਾਰ ਜਰਨੈਲ ਰਾਜੇ ਰਾਜਪੂਤ ਜਰਨੈਲ ਦਰੇ ਖੈਬਰ ਨੂੰ ਗੁਰਮੁਖੋ ਬੰਦ ਨਹੀਂ ਕਰ ਸਕੇ। ਪਰ ਜਿਸ ਦਿਨ ਹਰੀ ਸਿੰਘ ਨਲੂਏ ਨੇ ਦਰੇ ਖੈਬਰ ਨੂੰ ਬੰਦ ਕਰ ਦਿੱਤਾ, ਦੁਨੀਆ ਦੀ ਤਾਕਤ ਦਰੇ ਖੈਬਰ ਨੂੰ ਖੋਲ੍ਹ ਨਹੀਂ ਸਕੀ। ਹਰੀ ਸਿੰਘ ਨਲੂਏ ਨੇ ਇਹੋ ਜਿਹੀ ਰੋਕ ਲਾਈ ਦਰੇ ਖੈਬਰ ਤੇ, ਦੁਰਾਨੀਆਂ ਦਾ ਸਦਾਬਾਦ ਤੇ ਉਹ ਰਸਤਾ ਬੰਦ ਕਰ ਦਿੱਤਾ। ਅੱਜ ਵੀ ਉਸ ਲਾਂਘੇ ਤੋਂ ਆ ਕਰਕੇ ਹਿੰਦੁਸਤਾਨ ਨੂੰ ਨਾ ਤੇ ਕੋਈ ਲੁੱਟ ਸਕਿਆ, ਨਾ ਕੋਈ ਕੁੱਟ ਸਕਿਆ, ਤੇ ਨਾ ਹਿੰਦੁਸਤਾਨ ਦੀ ਇੱਜ਼ਤ ਨੂੰ ਗੁਰਮੁਖੋ ਕੋ ਬੰਦੀ ਬਣਾ ਕੇ ਗਜਨੀ ਦੇ ਬਾਜ਼ਾਰਾਂ ਵਿੱਚ ਵੇਚ ਸਕਿਆ। ਇਹ ਸਿੱਖ ਰਾਜ ਦੀ ਗੁਰਮੁਖੋ ਪ੍ਰਾਪਤੀ ਆ। ਇਹ ਬੰਦ ਕਿਹਨੇ ਕੀਤਾ? ਹਰੀ ਸਿੰਘ ਨਲੂਏ ਨੇ। ਉਹਨਾਂ ਨੇ ਬੰਦ ਕੀਤਾ, ਕੋਈ ਖੋਲ੍ਹ ਨਹੀਂ ਸਕਿਆ। ਸਿੱਖਾਂ ਤੋਂ ਬਿਨਾਂ ਇਸ ਦਰੇ ਖੈਬਰ ਨੂੰ ਗੁਰਮੁਖੋ ਕੋ ਬੰਦ ਨਹੀਂ ਕਰ ਸਕਿਆ। ਉਹ ਸਿੱਖ ਜਰਨੈਲ ਕਿਹੋ ਜਿਹਾ ਸੀ, ਕਿੰਨੀ ਉਹਦੇ ਅੰਦਰ ਸੂਰਬੀਰਤਾ ਸੀ। ਬਸੰਤੀ ਦਰਬਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਾਇਆ ਕਰਦੇ ਸਨ। ਬਸੰਤੀ ਦਰਬਾਰ ਦੇ ਵਿੱਚ ਹਰੀ ਸਿੰਘ ਨਲੂਏ ਨੇ ਸ਼ਾਸਤਰ ਵਿਦਿਆ ਦੇ ਕਰਤੱਵ ਜੌਹਰ ਦਿਖਾਏ। ਬੜਾ ਸੋਹਣਾ ਤੇ ਸੁੰਦਰ ਸਡੌਲ ਸਰੀਰ ਸੀ, ਸਿੱਖੀ ਸਰੂਪ ਸੀ। ਸ਼ਾਸਤਰ ਵਿਦਿਆ ਦੇ ਜੌਹਰ ਦਿਖਾਏ। ਸ਼ੇਰੇ ਪੰਜਾਬ ਦਾ ਮਨ ਮੋਹਿਆ ਗਿਆ। ਜਿਸ ਮਾਲਾ ਦਾ ਗੁਰਮੁਖੋ ਮਣਕਾ ਸੀ ਉੱਥੇ ਪਰੋਇਆ ਗਿਆ। ਸ਼ੇਰੇ ਪੰਜਾਬ ਨੇ ਆਪਣੀ ਫੌਜ ਦੇ ਵਿੱਚ ਹਰੀ ਸਿੰਘ ਨਲੂਏ ਨੂੰ ਭਰਤੀ ਕੀਤਾ। ਮੱਲਾਂ ਮਾਰਦਾ ਮਾਰਦਾ ਹਰੀ ਸਿੰਘ ਨਲੂਆ ਗੁਰਮੁਖੋ ਜੰਮੂ ਕਸ਼ਮੀਰ ਦਾ ਗਵਰਨਰ ਬਣਿਆ। ਜਿਸ ਤਰ੍ਹਾਂ ਦੀ ਗਵਰਨਰੀ ਜੰਮੂ ਕਸ਼ਮੀਰ ਦੇ ਇਲਾਕੇ ਵਿੱਚ ਹਰੀ ਸਿੰਘ ਨਲੂਆ ਕਰ ਗਿਆ, ਉਹਦੇ ਤੋਂ ਬਾਅਦ ਗੁਰਮੁਖੋ ਕੋਈ ਕਰ ਨਹੀਂ ਸਕਿਆ। ਮੁਗਲ ਪਠਾਨਾਂ ਨੂੰ ਹਰੀ ਸਿੰਘ ਨਲੂਏ ਨੇ ਜਿੱਤਿਆ। ਹਰੀ ਸਿੰਘ ਨਲੂਏ ਤੋਂ ਬਿਨਾਂ ਗੁਰਮੁਖੋ ਮੁਗਲ ਪਠਾਨਾਂ ਨੂੰ ਕੋਈ ਜਿੱਤ ਨਹੀਂ ਸਕਿਆ। ਦੁਨੀਆ ਦੀ ਸੁਪਰ ਪਾਵਰ ਆ ਅਮਰੀਕਾ। ਅਮਰੀਕਾ ਨੇ ਲੰਮਾ ਸਮਾਂ ਅਫਗਾਨਿਸਤਾਨ ਦੀ ਧਰਤੀ ਤੇ ਇਹਨਾਂ ਲੋਕਾਂ ਦੇ ਨਾਲ ਜੰਗ ਕੀਤੀ, ਪਰ ਗੁਰਮੁਖੋ ਅਮਰੀਕਾ ਹੱਥ ਖੜੇ ਕਰ ਗਿਆ। ਇਹਨਾਂ ਲੋਕਾਂ ਨੂੰ ਹਰਾ ਨਹੀਂ ਸਕਿਆ, ਇਹਨਾਂ ਲੋਕਾਂ ਨੂੰ ਅਮਰੀਕਾ ਜਿੱਤ ਨਹੀਂ ਸਕਿਆ। ਜਿੱਤਿਆ ਕਿਹਨੇ? ਸਿੱਖ ਰਾਜ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਏ ਤੋਂ ਬਿਨਾਂ ਇਹਨਾਂ ਨੂੰ ਕੋਈ ਜਿੱਤ ਨਹੀਂ ਸਕਿਆ। ਜਿੱਤ ਵੀ ਇਹੋ ਜਿਹੀ ਪ੍ਰਾਪਤ ਕੀਤੀ, ਅੱਜ ਵੀ ਮੁਗਲ ਪਠਾਨਾਂ ਦੇ ਮਨਾਂ ਵਿੱਚ ਹਰੀ ਸਿੰਘ ਨਲੂਏ ਦੀ ਦਹਿਸ਼ਤ ਆ। ਜਦੋਂ ਗੁਰਮੁਖੋ ਵਿਸ਼ਵ ਯੁੱਧ ਹੋਇਆ, ਵਿਸ਼ਵ ਯੁੱਧ ਦੇ ਵਿੱਚ ਸਿੱਖ ਫੌਜਾਂ ਹਿੱਸਾ ਲੈਣ ਵਾਸਤੇ ਗਈਆਂ। ਵਿਸ਼ਵ ਯੁੱਧ ਤੋਂ ਬਾਅਦ ਸਿੱਖ ਫੌਜਾਂ ਗੱਡੀਆਂ ਦੇ ਰਸਤੇ ਅਫਗਾਨਿਸਤਾਨ ਦੀ ਧਰਤੀ ਤੋਂ ਜਦੋਂ ਹਿੰਦੁਸਤਾਨ ਵੱਲ ਪਰਤੀਆਂ, ਜਮਰੌਦ ਦਾ ਇਲਾਕਾ ਆਇਆ। ਸਿੱਖ ਸਿਪਾਹੀਆਂ ਨੇ ਆਪਣੇ ਅੰਗਰੇਜ਼ ਅਫਸਰ ਨੂੰ ਬੇਨਤੀ ਕੀਤੀ ਕਿ ਸਾਡੇ ਵੱਡ ਵਡੇਰਿਆਂ ਦੀ ਇਹ ਜਿੱਤ ਦੀ ਨਿਸ਼ਾਨੀ ਹੈ। ਇੱਥੇ ਕਦੇ ਸਾਡੇ ਵੱਡ ਵਡੇਰਿਆਂ ਨੇ, ਸਾਡੇ ਸਿੱਖ ਜਰਨੈਲਾਂ ਨੇ ਰਾਜ ਕਰਤਾ, ਅਸੀਂ ਇੱਥੇ 1-2 ਦਿਨ ਠਹਿਰਨਾ।
ਉਸ ਅੰਗਰੇਜ਼ ਅਫਸਰ ਨੇ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਆਗਿਆ ਦਿੱਤੀ। ਉਹ ਕੁਝ ਦਿਨ ਉੱਥੇ ਠਹਿਰੇ। ਜਮਰਾਓ ਦਾ ਇਲਾਕਾ ਸੀ। ਘੁੰਮਦੇ ਫਿਰਦੇ ਜਦੋਂ ਇੱਕ ਇਲਾਕੇ ਵਿੱਚ ਗਏ, ਇੱਕ ਪਠਾਣੀ ਨੇ ਸਿੱਖ ਸਿਪਾਹੀਆਂ ਨੂੰ ਜਦੋਂ ਵੇਖਿਆ ਤਾਂ ਘਬਰਾ ਗਈ। ਘਬਰਾ ਕਰਕੇ ਅੰਦਰ ਵੜ ਗਈ। ਅੰਦਰ ਵੜੀ, ਉਹਦੀ ਘਰ ਵਾਲਾ ਪਠਾਨ ਆਇਆ। ਉਹਦੇ ਨਾਲ ਉਹਨੇ ਗੱਲ ਸਾਂਝੀ ਕੀਤੀ ਕਿ ਐਸ ਲਿਬਾਸ ਦੇ ਕੁਝ ਮੈਂ ਮਨੁੱਖ ਵੇਖੇ ਅਤੇ ਮੈਂ ਉਹਨਾਂ ਨੂੰ ਡਰ ਕੇ ਘਬਰਾ ਗਈ। ਉਸ ਮੁਗਲ ਪਠਾਨ ਨੇ ਸਿੱਖਾਂ ਦੇ ਆਚਰਣ ਬਾਰੇ ਦੱਸਿਆ ਕਿ ਇਹਨਾਂ ਦਾ ਆਚਰਣ ਬਹੁਤ ਉੱਚਾ ਹੁੰਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੰਨਦੇ ਆ। ਖੰਡੇ ਬਾਟੇ ਦਾ ਇਹ ਅੰਮ੍ਰਿਤ ਛਕਦੇ ਆ। 5 ਕਕਾਰੀ ਰਹਿਤ ਰੱਖਦੇ ਆ। ਇਹ ਬਹੁਤ ਹੀ ਸੂਰਬੀਰ ਅਤੇ ਬਹਾਦਰ ਹੁੰਦੇ ਆ। ਜਦੋਂ ਪਠਾਨ ਦੇ ਪਾਸੋਂ ਉਹਦੇ ਘਰ ਵਾਲੀ ਨੇ ਇਹ ਗੱਲਾਂ ਸਿੱਖਾਂ ਦੀ ਵਡਿਆਈ ਵਾਲੀਆਂ ਸੁਣੀਆਂ, ਉਹ ਪ੍ਰਭਾਵਿਤ ਹੋ ਗਈ। ਉਹਨੇ ਕਿਹਾ ਕਿ ਇਹ ਤੁਹਾਡੇ ਨਾਲੋਂ ਜ਼ਿਆਦਾ ਬਹਾਦਰ ਨੇ? ਕਹਿਣ ਲੱਗਾ ਨਹੀਂ, ਬਹਾਦਰ ਤਾਂ ਬਹੁਤ ਆ, ਪਰ ਪਠਾਨਾਂ ਦੇ ਨਾਲੋਂ ਬਹਾਦਰ ਨਹੀਂ, ਪਠਾਨਾਂ ਨਾਲੋਂ ਇਹ ਨੀਵੇਂ ਆ। ਉਹ ਕਹਿਣ ਲੱਗੀ ਇਸ ਤਰ੍ਹਾਂ ਨਹੀਂ, ਮੈਨੂੰ ਇਹਨਾਂ ਦੇ ਨਾਲ ਤੁਸੀਂ ਆਪਣੇ ਬਹਾਦਰੀ ਦੇ ਯੌਰ ਦਿਖਾਓ। ਗੁਰਮੁਖੋ ਉਹ ਪਠਾਨ ਅੰਗਰੇਜ਼ ਅਫਸਰ ਕੋਲੇ ਗਿਆ। ਆਪਣੀ ਇੱਛਾ ਉਸ ਪਠਾਨ ਨੇ ਅੰਗਰੇਜ਼ ਅਫਸਰ ਦੇ ਨਾਲ ਸਾਂਝੀ ਕੀਤੀ ਕਿ ਮੈਂ ਸਿੱਖ ਸਿਪਾਹੀਆਂ ਦੇ ਨਾਲ ਸ਼ਾਸਤਰ ਵਿਦਿਆ ਦੇ ਜੰਗੀ ਜੌਹਰ ਵੇਖਣਾ ਚਾਹੁੰਦਾ। ਕੋਈ ਮੇਰੇ ਨਾਲ ਜਿਹੜਾ ਮਰਜ਼ੀ ਆ ਕਰਕੇ ਸ਼ਾਸਤਰ ਵਿਦਿਆ ਦੇ ਨਾਲ ਜੰਗ ਕਰੇ। ਸਿੱਖ ਵਾਹਿਗੁਰੂ ਅੰਗਰੇਜ਼ ਅਫਸਰ ਨੇ ਉਹਨਾਂ ਸਿੱਖ ਨੌਜਵਾਨਾਂ ਨੂੰ ਸੱਦਿਆ। ਸੱਦ ਕਰਕੇ ਉਸ ਮੁਗਲ ਪਠਾਨ ਦੀ ਗੱਲ ਸਿੱਖ ਸਿਪਾਹੀਆਂ ਦੇ ਨਾਲ ਸਾਂਝੀ ਕੀਤੀ। ਇੱਕ ਤੇਜਾ ਸਿੰਘ ਨਾਮ ਦਾ ਸਿੱਖ ਸਿਪਾਹੀ ਅੱਗੇ ਆ ਕਹਿਣ ਲੱਗਾ ਮੈਂ ਲੜੂੰ ਇਹਦੇ ਨਾਲ। ਗੁਰਮੁਖੋ ਕੱਲ੍ਹ ਦਾ ਸਮਾਂ ਰੱਖਿਆ ਕਿ ਸਵੇਰੇ ਤੁਹਾਡੇ ਕਿਰਪਾਨਾਂ ਦੇ ਨਾਲ ਜੰਗੀ ਜੌਹਰ ਦੇਖੇ ਜਾਣਗੇ। ਸਮਾਂ ਆਇਆ। ਉਸ ਪਠਾਨ ਨੂੰ ਆਪਣੀ ਬਹਾਦਰੀ ਅਤੇ ਸਰੀਰਕ ਬਲ 'ਤੇ ਗੁਰਮੁਖੋ ਮਾਣ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰ ਵਦਿਜੈ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਸਿੱਖ ਦਾ ਵਿਸ਼ਵਾਸ ਇੱਕ ਆਪਣੇ ਗੁਰੂ 'ਤੇ ਹੁੰਦਾ। ਸਤਿਗੁਰੂ ਸਾਹਿਬ ਜੀ ਫਿਰ ਕੀ ਕਰਦੇ ਆ? ਸਮਰੱਥ ਗੁਰੂ ਸਿਰ ਹੱਥ ਧਰਿਓ। ਜਦੋਂ ਸਿੱਖ ਅਰਦਾਸ ਕਰਦਾ, ਸਮਰੱਥ ਗੁਰੂ ਆਪਣੇ ਸਿੱਖ ਦੇ ਸਿਰ ਦੇ ਉੱਪਰ ਹੱਥ ਕਿਰਪਿਆ ਭਰਾ ਰੱਖਦਾ ਅਤੇ ਉਹ ਡੁੱਲਦਾ ਨਹੀਂ, ਹਾਰਦਾ ਨਹੀਂ। ਕੱਲ੍ਹ ਦਾ ਦਿਨ ਰੱਖਿਆ। ਉਹ ਤੇਜਾ ਸਿੰਘ ਨਾਮ ਸਿਪਾਹੀ ਸਵੇਰੇ ਉੱਠਿਆ, ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਨਿਤਨੇਮ ਕੀਤਾ। ਨਿਤਨੇਮ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁਖ ਜਾ ਕਰਕੇ ਮਨ ਦੇ ਵਿੱਚ ਧਿਆਨ ਧਾਰਨ ਕਰਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੇਰੀ ਲਾਜ ਨਹੀਂ, ਇਹ ਆਪ ਜੀ ਦੇ ਸਿੱਖ ਪੰਥ ਦੀ ਲਾਜ ਹੈ, ਕਿਰਪਾ ਕਰਕੇ ਮੇਰੀ ਸਹਾਇਤਾ ਕਰਿਓ। ਗੁਰਮੁਖੋ ਅਰਦਾਸ ਕਰਕੇ ਤੇਜਾ ਸਿੰਘ ਨਾਮ ਦਾ ਗੁਰਸਿੱਖ ਮੈਦਾਨ ਵਿੱਚ ਆਇਆ। ਉੱਧਰੋਂ ਉਹ ਪਠਾਨ ਵੀ ਆਇਆ ਜਿਹਦਾ ਇਤਿਹਾਸਕਾਰਾਂ ਦੇ ਦੱਸਣ ਮੁਤਾਬਕ 7 ਫੁੱਟ ਕੱਦ ਸੀ ਅਤੇ ਬਹੁਤ ਉੱਚਾ ਲੰਮਾ ਅਤੇ ਨਰੋਆ ਸਡੌਲ ਸਰੀਰ ਸੀ। ਗੁਰਮੁਖੋ ਮੈਦਾਨ ਵਿੱਚ ਆਏ। ਪਠਾਨ ਕੋਲੇ ਵੀ ਕਿਰਪਾਨ ਆ ਅਤੇ ਭਾਈ ਤੇਜਾ ਸਿੰਘ ਕੋਲੇ ਵੀ ਕਿਰਪਾਨ ਆ। ਜੰਗੀ ਵਿਦਿਆ ਦੇ ਉਹ ਜ਼ੌਰ ਦਿਖਾਉਂਦੇ ਰਹੀ, ਪਰ ਕਿਸੇ ਨੂੰ ਫੱਟ ਨਾ ਲੱਗਾ, ਕਿਸੇ ਦਾ ਵਾਰ ਨਾ ਲੱਗਾ। ਫਿਰ ਉਹਨਾਂ ਨੂੰ ਰੋਕਿਆ ਗਿਆ ਸਾਹ ਦਿਵਾਉਣ ਵਾਸਤੇ। ਉਸ ਪਠਾਨ
ਆਪਣੀ ਸਰੀਰਕ ਖੁਰਾਕ ਦੇ ਨਾਲ ਖੁਰਾਕ ਖਾਧੀ ਤੇ ਇੱਧਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਧਿਆਨ ਧਰ ਕੇ ਤੇਜਾ ਸਿੰਘ ਨੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਬਿਰਧ ਬਾਣੀ ਦੀ ਲਾਜ ਰੱਖਣੀ। 5-7 ਮਿੰਟਾਂ ਬਾਅਦ ਫਿਰ ਦੋਵੇਂ ਸੂਰਮੇ ਮੈਦਾਨ ਵਿੱਚ ਆਏ। ਜਦੋਂ ਦੁਬਾਰਾ ਤੇਜਾ ਸਿੰਘ ਮੈਦਾਨ ਵਿੱਚ ਆਇਆ, ਇਹੋ ਜਿਹਾ ਵਾਰ ਕੀਤਾ, ਪਠਾਨ ਦੀ ਧੌਣ 'ਤੇ ਲੱਗਾ। ਧੜ ਦੇ ਨਾਲੋਂ ਪਠਾਨ ਦੀ ਧੌਣ ਗੁਰਮੁਖੋਂ ਵੱਖ ਹੋ ਗਈ। ਉੱਥੇ ਸਿੱਖ ਪੰਥ ਦੇ ਜੈ ਜੈਕਾਰ ਦੇ ਨਾਅਰੇ ਲੱਗੇ। ਜਿੱਥੇ ਕਦੇ ਹਰੀ ਸਿੰਘ ਨਲੂਆ ਸ਼ੇਰੇ ਪੰਜਾਬ ਅਕਾਲੀ ਬਾਬਾ ਫੂਲਾ ਸਿੰਘ ਨੇ ਜਿੱਤ ਦੇ ਨਿਸ਼ਾਨ ਤੇ ਜਿੱਤ ਦੇ ਜਕਾਰੇ ਲੱਗੇ ਸਨ, ਗੁਰਮੁਖੋ ਉੱਥੇ ਵੀ ਜਿੱਤ ਦੇ ਜਕਾਰੇ ਲੱਗੇ। ਪਰ ਸਾਨੂੰ ਆਪਣੇ ਗੁਰੂ 'ਤੇ ਵਿਸ਼ਵਾਸ ਨਹੀਂ। ਗੁਰਮੁਖੋ ਸਾਨੂੰ ਵਿਸ਼ਵਾਸ ਕਿਹਦੇ 'ਤੇ ਰਹਿ ਗਿਆ? ਕਬਰਾਂ 'ਤੇ, ਮੜੀਆਂ 'ਤੇ, ਪਖੰਡੀ ਬਾਬਿਆਂ 'ਤੇ ਮਾਣ ਰਹਿ ਗਿਆ। ਪਰ ਸਿੱਖ ਹਮੇਸ਼ਾ ਆਪਣੇ ਗੁਰੂ ਦੇ ਉੱਪਰ ਮਾਣ ਰੱਖਦਾ। ਜਿੱਥੇ ਹਰੀ ਸਿੰਘ ਨਲੂਏ ਨੇ ਪਹਿਲਾਂ ਜਿੱਤਾਂ ਪ੍ਰਾਪਤ ਕੀਤੀਆਂ, ਅੰਗਰੇਜ਼ ਸਰਕਾਰ ਦੇ ਰਾਜ ਦੇ ਸਮੇਂ ਵੀ ਭਾਈ ਤੇਜਾ ਸਿੰਘ ਨੇ ਇਸ ਜਮਰੌਦ ਦੇ ਇਲਾਕੇ ਵਿੱਚ ਮੁਸਲਮਾਨਾਂ ਮੁਗਲਾਂ ਦੇ ਨਾਲ ਸ਼ਾਸਤਰ ਵਿਦਿਆ ਦੇ ਯੋਰ ਦਿਖਾ ਕਰਕੇ ਜਿੱਤ ਪ੍ਰਾਪਤ ਕੀਤੀ। ਅੱਜ ਦੇ ਦਿਨ ਸਿੱਖ ਰਾਜ ਦਾ ਮਹਾਨ ਜਰਨੈਲ ਡੋਗਰਿਆਂ ਦੀ ਗਦਾਰੀ ਕਾਰਨ ਸਦਾ ਵਾਸਤੇ ਦੁਨੀਆ ਤੋਂ ਕੂਚ ਕਰ ਗਿਆ। ਆਓ ਆਪਾਂ ਉਹਨਾਂ ਦੇ ਜੀਵਨ ਤੋਂ ਸੇਧ ਲਈਏ। ਕੀ ਸੇਧ ਲੈਣੀ ਆ? ਗੁਰਸਿੱਖ ਬਣੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, 5 ਕਕਾਰੀ ਰਹਿਤ ਰੱਖੀਏ ਤੇ ਸ਼ਾਸਤਰ ਵਿਦਿਆ ਆਪ ਵੀ ਸਿੱਖੀਏ ਤੇ ਆਪਣੇ ਬੱਚੇ ਬੱਚੀਆਂ ਨੂੰ ਵੀ ਸਿਖਾਈਏ। ਕਿਉਂਕਿ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਹਨ, ਖਾਲਸਾ ਸੋ ਜੋ ਚੜ੍ਹੇ ਤਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਜੰਗੀ ਵਿਦਿਆ ਦੇ, ਸ਼ਾਸਤਰ ਵਿਦਿਆ ਦੇ ਯੋਰ ਆਪ ਵੀ ਸਿੱਖਣੇ, ਕਰਤੱਵ ਆਪ ਵੀ ਸਿੱਖਣੇ ਤੇ ਆਪਣੇ ਬੱਚੇ ਬੱਚੀਆਂ ਨੂੰ ਵੀ ਸਿਖਾਉਣੇ ਆ। ਇਸੇ ਤਰ੍ਹਾਂ ਵਰਤਮਾਨ ਸਮੇਂ ਦੇ ਅੰਦਰ ਜੋ ਧਿਆਨ ਸਿੰਘ ਡੋਗਰੇ ਦਾ ਪਰਿਵਾਰ ਬਾਦਲ ਪਰਿਵਾਰ ਦੇ ਰੂਪ ਵਿੱਚ ਸਿੱਖ ਕੌਮ ਨੂੰ ਲੱਗਾ, ਆਓ ਆਪਾਂ ਬਾਦਲ ਪਰਿਵਾਰ, ਡੋਗਰੇ ਪਰਿਵਾਰ ਨੂੰ ਸਿੱਖ ਦੇ ਗਲੋਂ ਲਾਈਏ ਤੇ ਸ਼੍ਰੋਮਣੀ ਕਮੇਟੀ ਤੇ ਪੰਥ ਨੂੰ ਆਜ਼ਾਦ ਕਰਾਈਏ। ਗੁਰਮੁਖੋ, ਇਸ ਪਰਿਵਾਰ ਨੇ ਸਿੱਖ ਕੌਮ ਦੇ ਨਾਲ ਲੰਮੇ ਸਮੇਂ ਤੋਂ ਗਦਾਰੀ ਕੀਤੀ ਆ। ਆਓ ਆਪਾਂ ਇਹਨਾਂ ਦੀ ਗਦਾਰੀ ਨੂੰ ਪਛਾਣੀਏ। ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਮੰਨੀਏ। ਦੰਬੀਆਂ ਪਖੰਡੀਆਂ ਦੇ ਡੇਰਿਆਂ 'ਤੇ ਕਦੇ ਵਾਸਤੇ ਭੁੱਲ ਕਰਕੇ ਨਾ ਜਾਇਆ ਕਰੀਏ। ਆਪਾਂ ਆਪਣੇ ਵੱਲੋਂ, ਸਮੁੱਚੇ ਜਥੇ ਵੱਲੋਂ ਸਿੱਖ ਰਾਜ ਦੇ ਉਸ ਮਹਾਨ ਜਰਨੈਲ ਹਰੀ ਸਿੰਘ ਨਲੂਏ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ। ਆਓ ਕੁਝ ਸਮੇਂ ਵਾਸਤੇ ਚੱਲ ਰਹੀ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਹੋਰ ਵੀ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸੰਖ ਨਾਮ। ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਤਿਗੁਰੂ ਸਾਹਿਬ ਜੀ, ਆਪ ਜੀ ਨੇ 3 ਤਰ੍ਹਾਂ ਦੀ ਜਿਹੜੀ ਸ੍ਰਿਸ਼ਟੀ ਆ, ਸ਼ਾਂਤ ਕੀ, ਰਾਜਸੀ ਤੇ ਤਾਮਸੀ, ਇਹਦੇ ਬਾਰੇ ਜ਼ਿਕਰ ਕੀਤਾ ਹੈ ਕਿ 3 ਤਰ੍ਹਾਂ ਦੀ ਸ੍ਰਿਸ਼ਟੀ ਆ। ਉਹ 3 ਤਰ੍ਹਾਂ ਦੀ ਸ੍ਰਿਸ਼ਟੀ ਦਾ ਵਰਣਨ ਆਪ ਜੀ ਨੇ ਪਿੱਛੇ ਆਪਣੀ ਪਵਿੱਤਰ ਬਾਣੀ ਪਿਤਰ ਰਸਨਾ ਦੁਆਰਾ ਕੀਤਾ। ਹੁਣ ਕਿਰਪਾ ਕਰਕੇ ਸਾਨੂੰ ਦੱਸੋ ਕਿ ਪਰਮੇਸ਼ਰ ਦੇ ਨਾਂ ਕਿੰਨੇ ਕਿਹਾ ਤੇ ਪਰਮੇਸ਼ਰ ਵਸਦਾ ਤੇ ਰਹਿੰਦਾ ਕਿੱਥੇ ਕਿਹਾ। ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ
ਪਰਮੇਸ਼ਰ ਦੇ ਬਾਰੇ ਕਥਨ ਕਰਦੇ ਆ। ਅਸੰਖ ਨਾਮ, ਇਹ ਸਿੱਧ ਲੋਕੋ ਪਰਮੇਸ਼ਰ ਦੇ ਨਾਮ ਜਿਹੜੇ ਆ ਉਹ ਅਣਗਿਣਤ ਆ, ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਅਸੰਖ ਥਾਵ, ਫਿਰ ਉਹਦੇ ਰਹਿਣ ਵਾਲੇ ਟਿਕਾਣੇ ਕਿਹੜੇ ਆ? ਜਿਸ ਤਰ੍ਹਾਂ ਕਿ ਬੰਦੇ ਨੇ ਆਪਣਾ ਘਰ ਬਣਾਇਆ, ਦੇਸ਼ਵਾਦੀਆਂ ਦੀ ਹੱਦ ਹੁੰਦੀ ਆ। ਜਿਸ ਤਰ੍ਹਾਂ ਕਿ ਆਪਾਂ ਇਸ ਦੇਸ਼ ਦੇ ਅੰਦਰ ਰਹਿੰਦੇ ਆ, ਆਪਾਂ ਹੱਦਬੰਦੀ ਨੂੰ ਪਾਰ ਨਹੀਂ ਕਰ ਸਕਦੇ। ਪਾਕਿਸਤਾਨ ਦੇ ਲੋਕ ਪਾਕਿਸਤਾਨ ਵਿੱਚ ਰਹਿੰਦੇ ਆ, ਉਹਨਾਂ ਦੀ ਰਹਿਣ ਵਾਲੀ ਉਹ ਜਗ੍ਹਾ। ਇਹ ਸਿੱਧ ਲੋਕੋ ਜਿਹੜਾ ਪਰਮੇਸ਼ਰ ਹੈ ਉਹਦੇ ਨਾਮਾਂ ਦੀ ਕੋਈ ਗਿਣਤੀ ਕਰਕੇ ਅੰਤ ਨਹੀਂ ਪਾ ਸਕਦਾ। ਉਹਦੇ ਰਹਿਣ ਵਾਲੇ ਜਿਹੜੀ ਜਗ੍ਹਾ ਟਿਕਾਣਾ ਥਾਂ, ਉਹਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਗੁਰਮੁਖੋ ਸਿੱਧ ਲੋਕੋ, ਕਈਆਂ ਲੋਕਾਂ ਨੇ ਖੀਰ ਸਮੁੰਦਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਪਰਮੇਸ਼ਰ ਦਾ ਟਿਕਾਣਾ ਮੰਨਿਆ, ਪਰ ਉਹ ਖੀਰ ਸਮੁੰਦਰ ਦੇ ਵਿੱਚ ਰਹਿਣ ਵਾਲਾ ਨਹੀਂ। ਹਿੰਦੂ ਮਤ ਦੇ ਧਾਰਮਿਕ ਗ੍ਰੰਥਾਂ ਦੁਆਰਾ ਪਰਮੇਸ਼ਰ ਨੂੰ ਦੱਖਣ ਦੇ ਇਲਾਕੇ ਵਿੱਚ ਨਿਵਾਸੀ ਮੰਨਿਆ। ਮੁਸਲਮਾਨੀ ਮਤ ਵਾਲੇ ਲੋਕਾਂ ਨੇ ਅੱਲਾਹ ਤਾਲਾ ਦਾ ਘਰ ਨਿਵਾਸ ਮੱਕੇ ਦੇ ਅੰਦਰ ਮੰਨਿਆ। ਫਿਰ ਪਰਮੇਸ਼ਰ ਨਾ ਤੇ ਇਕੱਲਾ ਮੱਕੇ ਦੇ ਅੰਦਰ ਆ, ਨਾ ਹੀ ਖੀਰ ਸਮੁੰਦਰ ਦੇ ਵਿੱਚੋਂ ਰਹਿਣ ਵਾਲਾ, ਨਾ ਹੀ ਦੱਖਣ ਦੇਸ਼ ਦੇ ਵਿੱਚੋਂ ਰਹਿਣ ਵਾਲਾ। ਉਹ ਫਿਰ ਰਹਿੰਦਾ ਕਿੱਥੇ ਆ? ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ਼੍ਰੀ ਦਸਮ ਗ੍ਰੰਥ ਦੀ ਪਾਵਨ ਗੁਰਬਾਣੀ ਅੰਦਰ ਕਥਨ ਕਰਦੇ ਆ, ਜਿਮੀ ਜਮਾਨ ਕੀ ਬਿਖੈ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੂਤ ਹੈ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨਹਾਰ। ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਆਕਾਸ਼ ਦੇ ਵਿੱਚ ਵੀ ਆ, ਧਰਤੀ ਦੇ ਵਿੱਚ ਵੀ ਆ, ਪਤਾਲਾਂ ਦੇ ਵਿੱਚ ਵੀ ਆ। ਪਾਵਨ ਗੁਰਬਾਣੀ ਦੇ ਬਚਨ ਹਨ, ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਹਰ ਇੱਕ ਜੀਵ ਜੰਤੂ ਦੇ ਅੰਦਰ ਸਿੱਧ ਲੋਕੋ ਉਸ ਪਰਮੇਸ਼ਰ ਦੀ ਜੋਤ ਆ। ਜੋਤ ਤੋਂ ਬਿਨਾਂ ਕੋਈ ਬੋਲ ਨਹੀਂ ਸਕਦਾ, ਜੋਤ ਤੋਂ ਬਿਨਾਂ ਕੋਈ ਹਰਕਤ ਨਹੀਂ ਕਰ ਸਕਦਾ। ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਤੋਂ ਬਿਨਾਂ ਕੋਈ ਚੱਲ ਫਿਰ ਨਹੀਂ ਸਕਦਾ। ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਇਸ ਸਰੀਰ ਵਿੱਚੋਂ ਵੱਖਰੀ ਹੋ ਜਾਂਦੀ ਆ, ਇਸ ਪੰਜਾਂ ਤੱਤਾਂ ਦੇ ਸਰੀਰ ਨੂੰ ਮੁਰਦਾ ਕਰਾਰ ਦਿੱਤਾ ਜਾਂਦਾ ਕਿ ਇਹ ਮਰ ਗਿਆ, ਇਹਦੀ ਮੌਤ ਹੋ ਗਈ ਆ। ਸਿੱਧ ਲੋਕੋ ਉਹਦੇ ਅਣਗਿਣਤ ਨਾਮ ਆ, ਉਹਦੇ ਨਾਵਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਫਿਰ ਜਿੱਥੇ ਉਹਦੇ ਨਾਂ ਅਣਗਿਣਤ ਆ, ਫਿਰ ਅਕਾਲ ਪੁਰਖ ਵਾਹਿਗੁਰੂ ਦੇ ਥਾਵਾਂ ਦਾ ਵੀ ਕੋਈ ਗਿਣਤੀ ਕਰਕੇ ਅੰਤ ਨਹੀਂ ਪਾ ਸਕਦਾ ਹੈ। ਅਗੰਮ ਅਗੰਮ ਅਸੰਖ ਲੋ। ਫਿਰ ਅਗੰਮ ਕਹਿੰਦੇ ਆ ਜਿੱਥੋਂ ਤੱਕ ਮਨ ਦੀ ਪਹੁੰਚ ਨਾ ਹੋਵੇ। ਉਹ ਅਕਾਲ ਪੁਰਖ ਵਾਹਿਗੁਰੂ ਮਨ ਦੀ ਗਮਤਾ ਤੋਂ, ਮਨ ਦੀ ਪਹੁੰਚ ਤੋਂ ਪਰੇ ਆ। ਫਿਰ ਵੇਦਾਂ ਤੇ ਸ਼ਾਸਤਰਾਂ ਕਰਕੇ ਵੀ ਉਹ ਪਰੇ ਆ, ਵੇਦਾਂ ਦੀ ਵੀ ਉਹ ਪਹੁੰਚ ਤੋਂ ਪਰੇ ਆ। ਅਗੰਮ ਉਹ ਸ਼ਾਸਤਰਾਂ ਦੀ ਵੀ ਪਹੁੰਚ ਤੋਂ ਪਰੇ ਆ। ਅਗੰਮ ਉਹ ਦੇਵਤਿਆਂ ਦੀ ਵੀ ਪਹੁੰਚ ਤੋਂ ਪਰੇ ਆ। ਅਗੰਮ ਉਹ ਦੈਂਤਾਂ ਦੀ ਵੀ ਪਹੁੰਚ ਤੋਂ ਪਰੇ ਆ। ਅਸੰਖ ਲੋ ਉਹ ਅਣਗਿਣਤ ਆ, ਤੇ ਅਣਗਿਣਤੀ ਉਹਨੇ ਲੋਕ ਪੈਦਾ ਕੀਤੇ ਆ। ਅਸੰਖ ਅਣਗਿਣਤ ਲੋ ਨਾਮ ਹੈ ਪ੍ਰਕਾਸ਼ ਦਾ।
ਅਣਗਿਣਤ ਲੋਕਾਂ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਹੈ। ਅਸੰਖ ਕਹੇ ਸਿਰ ਭਾਰ ਹੋਏ। ਫਿਰ ਅਣਗਿਣਤ ਕਹਿੰਦੇ ਆ ਸਿਰ ਭਾਰ ਹੋਏ ਕਪਾਲੀ ਆਸਣ ਲਾ ਕਰਕੇ। ਕਪਾਲੀ ਆਸਣ ਕੀ ਹੁੰਦਾ? ਸਿਰ ਧਰਤੀ ਤੇ ਲਾ ਲੈਣਾ ਤੇ ਆਪਣੇ ਪੈਰ ਉੱਪਰ ਨੂੰ ਕਰ ਲੈਣੇ, ਇਹਨੂੰ ਕਹਿੰਦੇ ਕਪਾਲੀ ਆਸਣ। ਫਿਰ ਕਈ ਪੁੱਠੇ ਲਮਕ ਕਰਕੇ, ਖੂਹ ਦੇ ਵਿੱਚ ਪੁੱਠੇ ਲਮਕ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਕਥਨ ਕਰਦੇ ਆ। ਕਈ ਬ੍ਰਿਕਸ਼ਾਂ ਦੇ ਨਾਲ ਆਪਣੇ ਪੈਰਾਂ ਨੂੰ ਰੱਸੀਆਂ ਨਾਲ ਬੰਨ੍ਹ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਕਥਨ ਕਰਦੇ ਆ। ਫਿਰ ਮਾਤਾ ਦੇ ਗਰਭ ਵਿੱਚ ਪੁੱਠੇ ਲਟ ਕਰਕੇ ਪਰਾਬਾਣੀ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਕਰਦੇ ਆ। ਗੁਰਮੁਖੋ, ਨਾ ਤਾਂ ਕਪਾਲੀ ਆਸਣ ਲਾਉਣ ਵਾਲਿਆਂ ਦਾ ਕੋਈ ਅੰਤ ਆ, ਨਾ ਪੁੱਠੇ ਲਟਕਣ ਵਾਲਿਆਂ ਦਾ ਕੋਈ ਅੰਤ ਆ। ਅਤੇ ਮਾਤਾ ਦੇ ਗਰਭ ਵਿੱਚ ਜਦੋਂ ਬੱਚਾ ਬੱਚੀ ਹੁੰਦਾ, ਇਹਨਾਂ ਦੀ ਆਪਾਂ ਗਿਣਤੀ ਕਰ ਸਕਦੇ ਕਿ ਕਿੰਨੇ ਕਿਆ ਪਰਾਬਾਣੀ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਕਰਦੇ ਆ। ਫਿਰ ਕਪਾਲੀ ਆਸਣ ਲਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਕਰਦੇ ਆ। ਪੁੱਠੇ ਲਮਕ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਕਰਦੇ ਆ। ਪਰ ਕੋਈ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦਾ, ਉਹ ਬੇਅੰਤ ਹੈ। ਆਖਰੀ ਨਾਮ ਆਖਰੀ ਸਾਲਾਹ। ਫਿਰ ਅਕਾਲ ਪੁਰਖ ਵਾਹਿਗੁਰੂ ਉਹਦੀ ਸਿਫਤ ਸਲਾਹ ਕਿਸ ਤਰ੍ਹਾਂ ਕੀਤੀ ਜਾਂਦੀ ਆ? ਆਖਰੀ ਨਾਮ, ਅੱਖਰਾਂ ਕਰਕੇ ਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ। ਫਿਰ ਆਖਰੀ ਸਲਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਅੱਖਰਾਂ ਦੁਆਰਾ ਹੀ ਸਿਫਤ ਸਲਾਹ ਕੀਤੀ ਜਾਂਦੀ ਹੈ। ਆਖਰੀ ਨਾਮ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਜੀਵ ਦੇ ਮੱਥੇ ਦੇ ਉੱਪਰ ਸ੍ਰੇਸ਼ਟ ਲੇਖ ਲਿਖੇ ਆ, ਗੁਰਮੁਖੋ, ਉਹ ਲਿਖੇ ਹੋਏ ਲੇਖਾਂ ਦਾ ਕਾਰਨ ਹੀ ਜੀਵ ਪਰਮੇਸ਼ਰ ਦੀ ਬੰਦਗੀ ਕਰਦਾ। ਕਈ ਵਾਰ ਆਪਾਂ ਦੇਖਦੇ ਆ ਨਾ ਕਿ ਕਈ ਪ੍ਰੇਮੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆ ਜਾਂਦੇ ਆ, ਪਰ ਉਹ ਗੁੱਠ ਵਿੱਚ ਬਹਿਣਗੇ ਜਾਂ ਕੰਧ ਦਾ ਆਸਰਾ ਲਾ ਕੇ ਬਹਿਣਗੇ ਅਤੇ ਅੱਖਾਂ ਮੀਟ ਕਰਕੇ ਗੁਰਮੁਖੋ ਸੌਂ ਜਾਣਗੇ। ਇਹ ਮਾੜੇ ਮੱਥੇ ਦੇ ਮਾੜੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਗੁਰੂ ਦੀ ਹਜ਼ੂਰੀ ਵਿੱਚ ਆ ਕਰਕੇ ਵੀ ਗੁਰੂ ਦਾ ਨਾਮ ਕੰਨਾਂ ਦੇ ਨਾਲ ਸੁਣਨਾ ਨਾ, ਅੱਖਾਂ ਦੇ ਨਾਲ ਸੰਗਤ ਦੇ ਗੁਰੂ ਦੇ ਦਰਸ਼ਨ ਨਾ ਕਰਨੇ। ਜ਼ਬਾਨ ਦੇ ਨਾਲ ਕਈਆਂ ਪ੍ਰੇਮੀਆਂ ਦਾ ਜੀਵਨ ਇਹੋ ਜਿਹਾ ਹੁੰਦਾ, ਜਦੋਂ ਗੁਰੂ ਦਰਬਾਰ ਵਿੱਚ ਆਉਂਦੇ ਆ, ਅੱਖਾਂ ਦੇ ਨਾਲ ਸੰਗਤ ਦੇ ਦਰਸ਼ਨ ਕਰਦੇ ਆ, ਅੱਖਾਂ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਆ, ਆਪਣੀ ਜ਼ਬਾਨ ਦੇ ਨਾਲ ਨਾਲ ਵਾਹਿਗੁਰੂ ਮੰਤਰ ਦਾ, ਮੂਲ ਮੰਤਰ ਦਾ ਉਹ ਜਾਪ ਕਰਦੇ ਆ। ਆਖਰੀ ਨਾਮ ਗੁਰਮੁਖੋ, ਇਹ ਮੱਥੇ ਦੇ ਸ੍ਰੇਸ਼ਟ ਲਿਖੇ ਹੋਏ ਲੇਖਾਂ ਦਾ ਸਦਕਾ ਹੀ ਪ੍ਰੇਮੀ ਜਾਂ ਉਹ ਪ੍ਰੇਮੀ ਜਾਪ ਕਰਦੇ ਆ, ਜਿਨ੍ਹਾਂ ਦੇ ਮੱਥੇ ਦੇ ਮਾੜੇ ਕਰਮ ਆ, ਉਹ ਗੁਰਮੁਖੋ ਨਾਮ ਨਹੀਂ ਜਪਦੇ, ਫਿਰ ਪਰਮੇਸ਼ਰ ਦੀ ਸਿਫਤ ਸਲਾਹ ਨਹੀਂ ਕਰਦੇ। ਜਿਹੜੀ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਆ, ਇਹ ਵੀ ਮੱਥੇ ਦੇ ਸ੍ਰੇਸ਼ਟ ਲੇਖਾਂ ਦਾ ਕਾਰਨ ਅੱਖਰਾਂ ਕਰਕੇ ਸਿਫਤ, ਅੱਖਰਾਂ ਕਰਕੇ ਨਾਮ ਜਪਿਆ ਜਾਂਦਾ ਹੈ। ਆਖਰੀ ਗਿਆਨ ਗੀਤ ਗੁਣ ਗਾਹ। ਫਿਰ ਅੱਖਰਾਂ ਦਾ ਕਰਕੇ ਹੀ ਗਿਆਨ ਕਥਨ ਕੀਤਾ ਜਾਂਦਾ। ਕਈ ਵਾਰ ਆਪਾਂ ਦੇਖਦੇ ਆ ਨਾ ਕਿ ਕਈ ਪ੍ਰੇਮੀ ਜਥੇ ਵਿੱਚ ਆਉਂਦੇ ਆ, ਉਹਨਾਂ ਦੇ ਕਰਮਾਂ ਦੇ ਵਿੱਚ ਵਿਦਿਆ ਨਹੀਂ ਹੁੰਦੀ, ਯਤਨ ਬੜਾ ਕਰਦੇ ਆ, ਪਰ ਉਹ ਜਪਜੀ ਸਾਹਿਬ ਹੀ ਨਹੀਂ ਸਿੱਖ ਸਕਦੇ। ਬਾਬਾ ਜੀ ਦੇ ਟਾਈਮ 'ਤੇ ਵੀ ਅਸੀਂ ਦੇਖਦੇ ਰਹੇ ਹਾਂ, ਕਈ ਸਿੰਘ ਹੁੰਦੇ ਸਨ, ਪਰ ਉਹ ਵਿੱਦਿਆ ਸਿੱਖਣ ਵਾਸਤੇ ਆਉਂਦੇ ਅਤੇ ਵਿੱਦਿਆ ਤੋਂ ਉਹ ਖਾਲੀ ਰਹਿ ਜਾਂਦੇ ਸਨ। ਕਈ ਛੋਟੀ ਛੋਟੀ ਉਮਰ ਦੇ ਭਚੰਗੀ ਆਉਂਦੇ, ਛੋਟੀ ਛੋਟੀ ਉਮਰ ਦੇ ਵਿੱਚ
ਜਦੋਂ ਗੁਟਕਾ ਸਾਹਿਬ ਦੀ ਸੰਥਿਆ ਕਰਦੇ ਤੇ ਨਾਲ ਨਾਲ ਉਹ ਸਾਰਾ ਗੁਟਕਾ ਸਾਹਿਬ ਜ਼ੁਬਾਨੀ ਕੰਠ ਕਰ ਲੈਂਦੇ ਸਨ। ਕਈ ਪ੍ਰੇਮੀ ਸਾਰੀ ਉਮਰ ਜਥੇ ਵਿੱਚ ਲਾ ਦਿੰਦੇ ਆ ਤੇ ਉਹਨਾਂ ਨੂੰ ਜਾਪ ਸਾਹਿਬ ਜ਼ੁਬਾਨੀ ਕੰਠ ਨਹੀਂ ਹੁੰਦਾ। ਗੁਰਬਾਣੀ ਉਹਨਾਂ ਨੂੰ ਬਹੁਤ ਜ਼ਿਆਦਾ ਘੱਟ ਕੰਠ ਹੁੰਦੀ ਆ ਗੁਰਮੁਖੋ, ਕਿਉਂਕਿ ਉਹਨਾਂ ਦੇ ਕਰਮਾਂ ਵਿੱਚ ਪਰਮੇਸ਼ਰ ਨੇ ਲਿਖੀ ਨਹੀਂ ਤੇ ਨਾ ਹੀ ਉਹ ਲਿਖਣ ਦਾ ਯਤਨ ਕਰਦੇ ਆ। ਗੁਰਮੁਖੋ, ਕਰਮ ਬਦਲੇ ਜਾਂਦੇ ਆ, ਵਿਦਿਆ ਦੀ ਪ੍ਰਾਪਤੀ ਹੋ ਜਾਂਦੀ ਜੇਕਰ ਆਪਾਂ ਵਿਦਿਆ ਦੀ ਪ੍ਰਾਪਤੀ ਦਾ ਕੋਈ ਯਤਨ ਕਰਾਂਗੇ। ਇਹ ਗੁਰੂ ਦਾ ਦਰ ਆ, ਇਸ ਗੁਰੂ ਦੇ ਦਰ 'ਤੇ ਆ ਕਰਕੇ ਜਿਹੋ ਜੀ ਕੋਈ ਇੱਛਾ ਕਰਦਾ ਉਹ ਇੱਛਾ ਨੂੰ ਪੂਰੀ ਕਰ ਲੈਂਦਾ। ਪਰ ਕਈਆਂ ਪ੍ਰੇਮੀਆਂ ਦਾ ਇਹ ਖਿਆਲ ਹੁੰਦਾ ਖਾਣਾ ਪੀਣਾ ਅਤੇ ਸੌਣਾ। ਜਦੋਂ ਲੰਗਰ ਦੀ ਘੰਟੀ ਵੱਜੀ ਪਸ਼ੂਆਂ ਵਾਂਗੂ ਪੇਟ ਭਰਿਆ ਅਤੇ ਸੌਂ ਗਏ। ਗੁਰਮੁਖੋ, ਲੇਖ ਨਹੀਂ ਬਦਲੇ ਜਾਣਗੇ, ਇਹ ਲੇਖਾਂ ਦੀ ਦੁਰਗਤੀ ਕਰਦੇ ਆ। ਆਪਾਂ ਸੋਚੀਏ ਕਿ ਗੁਰੂ ਦੇ ਘਰ ਦਰ 'ਤੇ ਗੁਰੂ ਦੇ ਘਰ ਵਿੱਚ ਗਏ ਆ ਅਤੇ ਸਾਨੂੰ ਵਿੱਦਿਆ ਨਹੀਂ ਮਿਲੀ। ਕਈ ਵਾਰ ਵਿਦਿਆਰਥੀ +2 ਜਾਂ 12 ਜਮਾਤਾਂ ਪੜ੍ਹ ਕੇ ਵਿਦਿਆਲੇ ਵਿੱਚ ਸਿੱਖਣ ਵਾਸਤੇ ਆ ਜਾਂਦੇ ਆ। ਉਹਨਾਂ ਦੇ ਪਰਿਵਾਰ ਦਾ ਕੀ ਖਿਆਲ ਹੁੰਦਾ ਕਿ ਸਾਡਾ ਬੱਚਾ ਵਿਦਿਆਲੇ ਵਿੱਚ 6 ਮਹੀਨੇ ਲਾਵੇ, 6 ਮਹੀਨਿਆਂ ਦੇ ਵਿੱਚ ਨਾਲੇ ਤੇ ਬਣ ਜੇ ਗ੍ਰੰਥੀ, ਨਾਲੇ ਬਣ ਜੂ ਰਾਗੀ ਅਤੇ 6 ਮਹੀਨਿਆਂ ਦੇ ਵਿੱਚ ਹੀ ਵੱਡਾ ਕਥਾਵਾਚਕ ਅਤੇ ਵਿਦਵਾਨ ਬਣ ਜੇ। ਗੁਰਮੁਖੋ, ਦੁਨਿਆਵੀ ਪੜ੍ਹਾਈ ਜਿਹੜੀ ਅਸੀਂ 12 ਸਾਲ ਪੜ੍ਹਦੇ ਰਹੇ ਅਤੇ ਜਿਹੜੀ ਗੁਰਮਤਿ ਦੀ ਪੜ੍ਹਾਈ ਆ ਉਹ ਅਸੀਂ ਸੋਚਦੇ ਹਾਂ ਕਿ ਸਾਨੂੰ 6 ਮਹੀਨਿਆਂ ਵਿੱਚ ਹੀ ਆ ਜਾਵੇ ਅਤੇ ਜਦੋਂ 2 ਮਹੀਨੇ ਲੰਘਦੇ ਆ ਅਤੇ ਪਰਿਵਾਰ ਵਾਲੇ ਉਸ ਪ੍ਰੇਮੀ ਨੂੰ ਫੋਨ ਕਰਦੇ ਆ ਕਿ ਕਿਵੇਂ ਤੇਰੀ ਸੰਥਿਆ ਹੋ ਗਈ। ਅੱਗੋਂ ਫੋਨ ਕਰਦਾ ਕਿ ਨਹੀਂ, ਮੇਰੀ ਤਾਂ ਅਜੇ ਨਿਤਨੇਮ ਵਾਲੇ ਗੁਟਕੇ ਸਾਹਿਬ 'ਤੇ ਆ। ਉਹ ਪਰਿਵਾਰ ਵਾਲੇ ਹੈਰਾਨ ਹੁੰਦੇ ਆ ਵੀ ਸਾਡੇ ਮੁੰਡੇ ਨੇ 12 ਜਮਾਤਾਂ ਪੜ੍ਹੀਆਂ, ਸਾਡੇ ਬੱਚੇ ਨੇ BA ਕੀਤੀ ਆ, ਸਾਡੇ ਬੱਚੇ ਨੇ MA ਕੀਤੀ ਆ ਅਤੇ ਅਜੇ ਗੁਟਕਾ ਸਾਹਿਬ ਨਿਤਨੇਮ ਦੀ ਬਾਣੀ 'ਤੇ ਜਦੋਂ ਇੰਨੀ ਪੜ੍ਹਾਈ ਕਰਕੇ ਕਿਸੇ ਵਿਦਿਆਲੇ ਵਿੱਚ ਆਉਂਦਾ ਤਾਂ ਉਹਨੂੰ ਮੁਹਾਰਨੀ ਵਾਲਾ ਕਾਇਦਾ ਫੜਾਇਆ ਜਾਂਦਾ। ਉਹ ਪ੍ਰੇਮੀ ਕਦੇ ਤੇ ਕਾਇਦੇ ਵੱਲ ਵੇਂਦਾ ਹੈ, ਕਦੇ ਆਪਣੇ ਪਰਿਵਾਰ ਵੱਲ ਅਤੇ ਕਦੇ ਆਪਣੀ ਪੜ੍ਹਾਈ ਵੱਲ ਵੇਂਦਾ ਕਿ ਮੈਂ ਤਾਂ BA ਕੀਤੀ ਆ ਅਤੇ ਮੈਨੂੰ ਊੜਾ ਐੜਾ ਪੜ੍ਹਾਉਂਦੇ ਆ। ਅਤੇ ਜਦੋਂ ਉਸਤਾਦ ਉਹਦੇ ਤੋਂ ਊੜਾ ਐੜਾ 35 ਅੱਖਰੀ ਸੁਣਦਾ ਅਤੇ ਇੱਕ ਅੱਖਰ ਵੀ ਗੁਰਮੁਖ ਉਹਦੇ ਤੋਂ ਸ਼ੁੱਧ ਨਹੀਂ ਬੋਲਿਆ ਜਾਂਦਾ, ਕਿਸੇ ਵੀ ਅੱਖਰ ਦਾ ਉਹਦਾ ਸ਼ੁੱਧ ਉਚਾਰਨ ਨਹੀਂ ਹੁੰਦਾ। ਗੁਰਮੁਖੋ, ਦੁਨਿਆਵੀ ਪੜ੍ਹਾਈ ਆਪਾਂ ਜਿੰਨੀ ਮਰਜ਼ੀ ਪੜ੍ਹ ਲਈਏ, ਪਰ ਜਿਹੜੀ ਗੁਰਮਤਿ ਦੀ ਵਿੱਦਿਆ, ਗੁਰਮਤਿ ਦੀ ਪੜ੍ਹਾਈ ਆ, ਇਹ ਕਿਸੇ ਵਿਦਿਆਲੇ ਵਿੱਚ ਆ ਕਰਕੇ ਸਿੱਖਣੀ ਪੈਂਦੀ ਆ। ਪਰ ਵਰਤਮਾਨ ਸਮੇਂ ਦੇ ਅੰਦਰ ਜਿਹੜੇ ਗੁਰਮਤਿ ਦੇ ਪ੍ਰਚਾਰਕ ਆ, ਜਪਜੀ ਸਾਹਿਬ ਆਉਂਦਾ ਨਹੀਂ ਅਤੇ ਸਟੇਜਾਂ 'ਤੇ ਗੁਰਮਤਿ ਦਾ ਉਹ ਪ੍ਰਚਾਰ ਕਰਦੇ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਬਾਰੇ ਕੋਈ ਸੋਝੀ ਨਹੀਂ ਅਤੇ ਉਹ ਪ੍ਰਚਾਰ ਕਰਦੇ ਆ। ਇਹ ਜੀ ਗੁਰਮਤਿ ਦਾ ਬਹੁਤ ਵੱਡਾ ਪ੍ਰਚਾਰਕ ਆ ਅਤੇ ਆਉਂਦਾ ਜਪਜੀ ਸਾਹਿਬ ਵੀ ਨਹੀਂ। ਇਤਿਹਾਸ ਬਾਰੇ ਕੋਈ ਸੋਝੀ ਨਹੀਂ, ਗੁਰਬਾਣੀ ਬਾਰੇ ਕੋਈ ਸੋਝੀ ਨਹੀਂ, ਭਾਈ ਗੁਰਦਾਸ ਦੀ ਰਚਨਾ ਬਾਰੇ ਕੋਈ ਸੋਝੀ ਨਹੀਂ, ਭਾਈ ਨੰਦ ਲਾਲ ਜੀ ਦੀ ਰਚਨਾ ਬਾਰੇ ਕੋਈ ਸੋਝੀ ਨਹੀਂ, ਸ਼੍ਰੀ ਦਸ਼ਮ ਗ੍ਰੰਥ ਦੀ ਗੁਰਬਾਣੀ ਬਾਰੇ ਕੋਈ ਸੋਝੀ ਨਹੀਂ। ਪਰ ਪਰਿਵਾਰ ਵਾਲੇ ਜਦੋਂ 6 ਮਹੀਨੇ ਉਹਨਾਂ ਦਾ ਬੱਚਾ ਵਿਦਿਆਲੇ ਵਿੱਚ ਰਹਿੰਦਾ ਕਹਿ ਦਿੰਦੇ ਕਿ ਨਹੀਂ, ਇਹ ਨਾ ਤਾਂ ਤੇਰੇ ਵੱਸ ਦੀ ਗੱਲ ਆ ਅਤੇ ਨਾ ਸਾਡੇ ਵੱਸ ਦੀ ਗੱਲ। ਅਸੀਂ ਤਾਂ ਇਹ ਸੋਚਿਆ ਸੀ ਕਿ ਸਾਲ ਇੱਕ ਸਾਡਾ ਬੱਚਾ ਲਾਊਗਾ, ਨਾਲੇ ਪਾਠੀ ਬਣ ਜੂਗਾ, ਨਾਲੇ ਰਾਗੀ ਬਣ ਜੂਗਾ, ਨਾਲੇ ਕਥਾਵਾਚਕ ਬਣ ਜੂਗਾ। ਸਕੂਲ ਦੀ ਪੜ੍ਹਾਈ 12 ਸਾਲ ਪੜ੍ਹਾਈ ਕੀਤੀ, ਕੋਈ ਨੌਕਰੀ ਨਾ ਮਿਲੀ ਅਤੇ ਕਿਸੇ ਵਿਦਿਆਲੇ ਦਾ ਸਹਾਰਾ ਤੱਕਿਆ। ਅਤੇ ਜਿਹੜੀ ਗੁਰਮਤਿ ਦੀ ਪੜ੍ਹਾਈ ਆ ਉਹ ਅਸੀਂ ਸੋਚਦੇ ਹਾਂ ਕਿ 6 ਮਹੀਨਿਆਂ ਦੇ ਵਿੱਚ ਹੀ ਨਿਪੁੰਨ ਹੋ ਜਾਵੇ, 1 ਨੰਬਰ ਦਾ ਵਧੀਆ ਪਾਠੀ ਬਣ ਜਾਵੇ। ਫਿਰ ਜਦੋਂ ਸਾਲ ਜਾਂ 6 ਮਹੀਨੇ ਲੱਗਦੇ ਆ, ਪਰਿਵਾਰ ਵਾਲੇ ਬਹਾਨੇ ਦੇ ਨਾਲ ਆਪਣੇ ਘਰੇ ਸੱਦ ਲੈਂਦੇ ਆ
ਕਿ ਇਹਦੇ ਨਾਲ ਜ਼ਰੂਰੀ ਕੋ ਕੰਮ ਆ, ਇਹਦੇ ਬਿਨਾਂ ਸਰਦਾ ਨਹੀਂ। ਜਦੋਂ ਛੁੱਟੀ ਲੈ ਕਰਕੇ ਵਿਦਿਆਲੇ 'ਚੋਂ ਆਪਣੇ ਘਰੇ ਜਾਂਦਾ ਤੇ ਘਰੋਂ ਫੋਨ ਕਰ ਦਿੰਦਾ ਕਿ ਦੁਬਾਰਾ ਮੇਰੇ ਘਰ ਵਾਲੇ ਆਉਣ ਵਾਸਤੇ ਮੰਨਦੇ ਨਹੀਂ। ਗੁਰਮੁਖੋ, ਇਹ ਮੱਥੇ ਦੇ ਮਾੜੇ ਕਰਮਾਂ ਦੀ ਨਿਸ਼ਾਨੀ ਹੁੰਦੀ ਆ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਕਿ ਜਿਹੜਾ ਅੱਖਰਾਂ ਦਾ ਗਿਆਨ ਆ, ਆਖਰੀ ਗਿਆਨ, ਇਹ ਜਿਹੜਾ ਗੁਰਮਤ ਦਾ ਗਿਆਨ ਆ, ਉਸੇ ਜੀਵ ਨੂੰ ਪ੍ਰਾਪਤ ਹੁੰਦਾ ਜਿਹਦੇ ਮੱਥੇ ਦੇ ਉੱਪਰ ਪਰਮੇਸ਼ਰ ਨੇ ਗਿਆਨ ਦੇ ਅੱਖਰ ਲਿਖੇ ਆ। ਜਿਸ ਜੀਵ ਦੇ ਕਰਮਾਂ ਵਿੱਚ ਜਿਹੋ ਜਿਹੀ ਕੋਈ ਵਿਦਿਆ, ਜਿਹੋ ਜਿਹਾ ਕੋਈ ਗਿਆਨ ਲਿਖਿਆ ਹੁੰਦਾ ਗੁਰਮੁਖੋ, ਉਹੀ ਕੋਈ ਪਾ ਸਕਦਾ। ਆਖਰੀ ਗਿਆਨ ਗੀਤ, ਗੀਤ ਨਾਮ ਹੈ ਪਰਮੇਸ਼ਰ ਦੀ ਜਸ ਵਡਿਆਈ ਦਾ। ਪਰਮੇਸ਼ਰ ਦੀ ਜਸ ਵਡਿਆਈ ਗੁਰਮੁਖੋ ਉਹ ਕਰ ਸਕਦਾ ਜਿਹਦੇ ਕਰਮਾਂ ਵਿੱਚ ਪਰਮੇਸ਼ਰ ਨੇ ਲਿਖੀ ਆ। ਗਾ ਸ੍ਰੇਸ਼ਟ ਗੁਣਾਂ ਦਾ ਉਹ ਭੰਡਾਰਾ ਖਜ਼ਾਨਾ ਬਣ ਜਾਂਦਾ। ਕਿਤੇ ਧਾਰਮਿਕ ਦੀਵਾਨ ਲਾਉਣਾ ਹੋਵੇ, ਬੜੇ ਪ੍ਰਬੰਧ ਕਰਨੇ ਪੈਂਦੇ ਆ। ਵੱਡੇ ਵੱਡੇ ਆਮ ਆਪਾਂ ਦੇਖਦੇ ਹਾਂ ਕਿ ਫਲੈਕਸੀ ਬੋਰਡ ਛਪਾਉਂਦੇ ਆ, ਉਹ ਬੱਸ ਅੱਡਿਆਂ 'ਤੇ ਚੁਰਾਹਿਆਂ ਦੇ ਵਿੱਚ ਮੋੜਾਂ 'ਤੇ ਲਾਏ ਜਾਂਦੇ ਵੀ ਇੰਨੀ ਤਰੀਕ ਨੂੰ ਗੁਰਮਤਿ ਸਮਾਗਮ ਹੋਣਾ ਅਤੇ ਭਾਈ ਉਸ ਗੁਰਮਤਿ ਸਮਾਗਮ ਵਿੱਚ ਆਇਓ। ਬੜੀ ਘੱਟ ਗਿਣਤੀ ਵਿੱਚ ਲੋਕ ਜਾਂਦੇ ਆ ਕਿ ਸਾਡਾ, ਜੇ ਕਿਸੇ ਨੂੰ ਪੁੱਛੋ ਸਾਡਾ ਟਾਈਮ ਨਹੀਂ ਲੱਗਿਆ। ਅਤੇ ਜੇਕਰ ਗੁਰਦਾਸ ਮਾਨ ਨੂੰ ਸੱਦ ਲਓ ਨਾ ਕਿਤੇ, ਅਤੇ 2-3 ਹਜ਼ਾਰ ਜਾਂ 5,000 ਟਿਕਟ ਰੱਖ ਦਿਓ ਅਤੇ ਉਹ ਲੋਕਾਂ ਨੂੰ ਸੱਦਣ ਦੀ ਲੋੜ ਨਹੀਂ। ਨਾਲੇ ਤੇ 5,000 ਟਿਕਟ ਦੇਣਗੇ, ਫਿਰ ਸਮੇਤ ਪਰਿਵਾਰ ਆਉਣਗੇ, ਫਿਰ ਟਾਈਮ ਤੋਂ ਲੇਟ ਨਹੀਂ ਹੋਣਗੇ। ਅਤੇ ਇਸੇ ਤਰ੍ਹਾਂ ਸਾਡਾ ਲੋਕਾਂ ਦਾ ਇੱਕ ਰਵੱਈਆ, ਅਸੀਂ ਉਦੋਂ ਜਾਣਾ ਜਦੋਂ ਭੋਗ ਪੈਣਾ, ਭੋਗ ਦੀ ਸਮਾਪਤੀ 'ਤੇ ਜਾਣਾ ਕਿ ਚਲੋ ਆਪਾਂ ਥੋੜ੍ਹਾ ਬਹੁਤਾ ਸੁਣ ਲੈਂਦੇ ਹਾਂ। ਜੇ ਪਹਿਲਾਂ ਗਏ, ਇੱਧਰ ਉੱਧਰ ਵੇਖਿਆ, ਨੀਂਦ ਆਉਣ ਲੱਗ ਪਈ, ਕੰਧ ਦਾ ਜਾਂ ਨੁੱਕਰ ਦਾ ਸਹਾਰਾ ਲਿਆ ਅਤੇ ਸੌਂ ਗਏ, ਆ ਕਰਕੇ ਵੀ ਪਰਮੇਸ਼ਰ ਦੇ ਜਸ ਦਾ ਲਾਹਾ ਨਾ ਲਿਆ। ਇਹ ਸਿੱਧ ਲੋਕੋ ਆਖਰੀ ਗਿਆਨ, ਇਹ ਗੁਰਮਤਿ ਦਾ ਗਿਆਨ, ਪਰਮੇਸ਼ਰ ਦੇ ਦਰ ਘਰ ਦਾ ਜਿਹੜਾ ਗਿਆਨ ਆ, ਪਰਮੇਸ਼ਰ ਨੇ ਜਦੋਂ ਮੱਥੇ 'ਤੇ ਲੇਖ ਲਿਖੇ ਹੋਣ, ਉਹੀ ਇੱਕ ਗਿਆਨੀ ਅਤੇ ਵਿਦਵਾਨ ਬਣਦਾ। ਗੀਤ ਜਿਨ੍ਹਾਂ ਦੇ ਮੱਥੇ ਉੱਪਰ ਪਰਮੇਸ਼ਰ ਨੇ ਸ੍ਰੇਸ਼ਟ ਲੇਖ ਲਿਖੇ ਆ, ਉਹੀ ਪਰਮੇਸ਼ਰ ਦੀ ਦਰ ਘਰ ਦੀ ਵਡਿਆਈ, ਪਰਮੇਸ਼ਰ ਦਾ ਜਸ ਦੁਆਰਾ ਗੀਤ ਗਾਉਂਦੇ ਆ, ਉਹੀ ਸ੍ਰੇਸ਼ਟ ਗੁਣਾਂ ਦਾ ਭੰਡਾਰਾ ਖਜ਼ਾਨਾ ਬਣਦੇ ਹਨ। ਅੱਖਰੀ ਲਿਖਣ ਬੋਲਣ ਬਾਣ, ਫਿਰ ਅੱਖਰਾਂ ਕਰਕੇ ਹੀ ਲਿਖਿਆ ਜਾਂਦਾ ਹੈ, ਅੱਖਰਾਂ ਕਰਕੇ ਬੋਲਿਆ ਜਾਂਦਾ। ਫਿਰ ਆਖਰੀ ਲਿਖਣ, ਬੋਲਣ, ਬਾਣ, ਬਾਣ ਨਾਮ ਹੈ ਬਾਣੀ ਦਾ। ਫਿਰ ਉਹੀ ਲਿਖ ਸਕਦੇ ਆ, ਲਿਖਣ ਦੇ ਵਿੱਚ ਲਿਖਾਰੀ ਬਣਦੇ ਆ, ਜਿਨ੍ਹਾਂ ਦੇ ਮੱਥੇ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਨੇ ਸ੍ਰੇਸ਼ਟ ਲੇਖ ਲਿਖੇ ਹੁੰਦੇ ਆ, ਜਿਨ੍ਹਾਂ ਦੇ ਵਿੱਚ ਲਿਖਣ ਸ਼ੈਲੀ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਹੁੰਦੀ ਆ। ਕਈ ਵਾਰ ਆਪਾਂ ਦੇਖਦੇ ਹਾਂ ਕਿ ਸਕੂਲ ਦੀ ਉਹਦੀ ਪੜ੍ਹਾਈ ਬਹੁਤ ਹੁੰਦੀ ਆ, ਪਰ ਉਹਨੂੰ ਲਿਖਣਾ ਨਹੀਂ ਆਉਂਦਾ। ਇਸੇ ਤਰ੍ਹਾਂ ਸਿਆਣੀ ਉਮਰ ਦਾ ਹੋ ਜਾਂਦਾ, ਗੁਰਮੁਖੋ ਨੂੰ ਬੋਲਣਾ ਨਹੀਂ ਆਉਂਦਾ। ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਈ ਛੋਟੇ ਛੋਟੇ ਬੱਚੇ ਹੁੰਦੇ ਆ, ਛੋਟੀ ਛੋਟੀ ਉਮਰ ਹੁੰਦੀ ਆ, ਉਹਨਾਂ ਦੀ ਲਿਖਾਈ ਬੜੀ, ਉਹਨਾਂ ਦੀ ਲਿਖਣ ਸ਼ੈਲੀ ਬਹੁਤ ਵਧੀਆ ਹੁੰਦੀ ਆ, ਉਹਨਾਂ ਦੀ ਜ਼ਬਾਨ ਦੇ ਵਿੱਚ ਬੜਾ ਰਸ ਹੁੰਦਾ। ਕਈ ਇਹੋ ਜਿਹੇ ਲੋਕ ਹੁੰਦੇ ਆ, ਉਹ ਸਾਰੀ ਉਮਰ ਵਿੱਦਿਆ ਪੜ੍ਹਦੇ ਰਹਿੰਦੇ ਆ, ਪਰ ਸਟੇਜ 'ਤੇ ਗੁਰਮੁਖੋ ਕਦੇ ਉਹ ਬੋਲ ਨਹੀਂ ਸਕਦੇ। ਜਦੋਂ ਸਟੇਜ ਦਾ ਸਮਾਂ ਆਵੇਗਾ, ਗੁਰਮੁਖੋ ਉਹਨਾਂ ਨੂੰ ਕਦੇ ਵਾਸਤੇ ਬੋਲਣਾ ਨਹੀਂ ਆਉਂਦਾ। ਇਸੇ ਤਰ੍ਹਾਂ ਜਥੇ ਦੇ ਵਿੱਚ ਇੱਕ ਉਸਤਾਦ ਹੁੰਦੇ ਸਨ। ਸੰਤ ਗਿਆਨੀ ਕਰਤਾਰ ਸਿੰਘ ਮਹਾਂਪੁਰਖਾਂ ਦੇ ਟਾਈਮ 'ਤੇ ਉਹ ਜਥੇ ਵਿੱਚ ਆਏ। ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੇ ਟਾਈਮ ਜਥੇ ਵਿੱਚ ਰਹੇ ਅਤੇ ਬਾਬਾ ਠਾਕਰ ਸਿੰਘ ਮਹਾਂਪੁਰਖਾਂ ਦੇ ਟਾਈਮ ਦੇ ਵਿੱਚ ਵੀ ਰਹੇ ਸਨ। ਬੜੇ ਵਿਦਵਾਨ ਸਨ, ਬੜੀ ਉਹਨਾਂ ਨੂੰ ਇਤਿਹਾਸ ਅਤੇ ਗੁਰਬਾਣੀ ਬਾਰੇ ਸੋਝੀ ਸੀ, ਪਰ ਗੁਰਮੁਖੋ ਸਟੇਜ 'ਤੇ ਫਤਿਹ ਵੀ ਨਹੀਂ ਸੀ ਬੁਲਾ ਸਕਦੇ। ਇਹ ਪਰਮੇਸ਼ਰ ਦੀ ਦਾਤ ਹੁੰਦੀ ਆ। ਕਈਆਂ ਨੇ ਕੋਈ ਥੋੜ੍ਹੀਆਂ ਬਹੁਤੀਆਂ ਪੋਥੀਆਂ ਪੜ੍ਹੀਆਂ ਹੁੰਦੀਆਂ, ਪਰ ਸਟੇਜ ਦੇ ਬੁਲਾਰੇ ਬੜੇ ਵਧੀਆ ਬਣ ਜਾਂਦੇ ਆ।
ਕਈ ਸਾਰਾ ਦਿਨ ਪੜ੍ਹਦੇ ਰਹਿੰਦੇ ਆ, ਸਾਰੀ ਉਮਰ ਹੀ ਪੜ੍ਹਦੇ ਰਹਿੰਦੇ ਆ, ਪਰ ਸਟੇਜ 'ਤੇ ਗੁਰਮੁਖੋ ਉਹਨਾਂ ਨੂੰ ਬੋਲਣਾ ਨਹੀਂ ਆਉਂਦਾ। ਇਸ ਕਰਕੇ ਸਿੱਧ ਲੋਕੋ ਆਖਰੀ ਲਿਖਣ ਜਿਨ੍ਹਾਂ ਦੇ ਮੱਥੇ ਦੇ ਉੱਪਰ ਪਰਮੇਸ਼ਰ ਨੇ ਸ੍ਰੇਸ਼ਟ ਲੇਖ ਲਿਖਿਆ ਉਹੀ ਇੱਕ ਲਿਖਾਰੀ ਬਣਦੇ ਆ। ਜਿਨ੍ਹਾਂ ਦੇ ਮੱਥੇ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਨੇ ਸ੍ਰੇਸ਼ਟ ਲੇਖ ਲਿਖਿਆ ਉਹੀ ਭਾਈ ਬੁਲਾਰੇ ਬਣਦੇ ਹਨ। ਅਖਰ ਸਿਰ ਸੰਜੋਗ ਵਖਾਨ। ਫਿਰ ਸਿੱਧ ਲੋਕਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਹ ਜਿਹੜਾ ਜੀਵਾਂ ਦੇ ਨਾਲ ਮਿਲਾਪ ਹੁੰਦਾ ਆਖਰੀ ਸਿਰ ਸੰਜੋਗ, ਤੇ ਫਿਰ ਇਹ ਲੇਖ ਲਿਖਦਾ ਕੌਣ ਆ? ਇਹ ਸਿੱਧਾਂ ਦਾ ਸਵਾਲ ਸੀ ਕਿ ਸੱਚੇ ਪਾਤਸ਼ਾਹ ਇਹ ਜਿਹੜੇ ਸੰਜੋਗ ਵਿਜੋਗ ਆ ਇਹ ਲਿਖਦਾ ਕੌਣ ਆ? ਸੱਚੇ ਪਾਤਸ਼ਾਹ ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ ਸਾਨੂੰ ਸਮਝਾਉਂਦੇ ਆ, ਆਖਰੀ ਸਿਰ ਨਾਮ ਹੈ ਸਿਰ ਦਾ, ਮੱਥੇ ਦਾ ਸੰਜੋਗ ਵਖਾਣ। ਪਰਮੇਸ਼ਰ ਨੇ ਮੱਥੇ ਦੇ ਉੱਪਰ ਹੀ ਲੇਖਾਂ ਦਾ ਸੰਜੋਗ ਤੇ ਵਿਜੋਗ ਲਿਖਿਆ ਹੁੰਦਾ। ਆਪਣੀ ਜ਼ਿੰਦਗੀ ਵਿੱਚ ਕਿਸ ਬੰਦੇ ਦੇ ਨਾਲ ਸੰਜੋਗ ਹੋਣਾ, ਕਿਸ ਬੰਦੇ ਦੇ ਨਾਲ ਸੰਜੋਗ ਹੋ ਕਰਕੇ ਵਿਜੋਗ ਹੋਣਾ, ਇਹ ਸਿੱਧ ਲੋਕੋ ਸੰਜੋਗ ਜੀਵਾਂ ਦਾ ਮਿਲਾਪ, ਕਿੰਨਾ ਚਿਰ ਧਰਤੀ 'ਤੇ ਰਹਿਣਾ, ਕਿੰਨੇ ਸਵਾਸ ਆ, ਕਿੰਨਾ ਸਮਾਂ, ਕਿਹੜੀ ਜਗ੍ਹਾ 'ਤੇ ਜਾਣਾ। ਕਈ ਵਾਰ ਆਪਾਂ ਦੇਖਦੇ ਆ ਕਿ ਬੰਦਾ ਆਪਣੇ ਕਾਰਜ ਵਾਸਤੇ ਦੂਰ ਦਰਾਡੇ ਜਾਂਦਾ, ਪਰ ਘਰ ਤੋਂ ਵੀ ਦੂਰ ਗਿਆ, ਕਾਰਜ ਵਾਲੀ ਜਗ੍ਹਾ 'ਤੇ ਵੀ ਨਾ ਪਹੁੰਚ ਸਕਿਆ, ਰਾਹ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਇਸ ਕਰਕੇ ਸਿੱਧ ਲੋਕੋ ਇਹ ਅੱਖਰ ਸੰਜੋਗ ਉਹ ਅਕਾਲ ਪੁਰਖ ਵਾਹਿਗੁਰੂ ਜੀਵਾਂ ਦੇ ਕਰਮਾਂ ਦੇ ਅਨੁਸਾਰ ਲਿਖਦਾ ਹੈ। ਜਿਨ ਇਹ ਲਿਖੇ ਤਿਸ ਸਿਰ ਨਾਹੇ। ਫਿਰ ਸਿੱਧ ਲੋਕਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜਿਹੜਾ ਜੀਵਾਂ ਦੇ ਸਾਰੇ ਲੇਖ ਲਿਖਦਾ ਉਹਦੇ ਮੱਥੇ 'ਤੇ ਵੀ ਕੋਈ ਲੇਖ ਲਿਖਦਾ ਹੋਣਾ ਹੈ। ਸਿੱਧਾਂ ਦੀ ਬੇਨਤੀ ਨੂੰ ਸੁਣ ਕਰਕੇ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਆ, ਜਿਨ ਇਹ ਲਿਖੇ ਅਕਾਲ ਪੁਰਖ ਵਾਹਿਗੁਰੂ ਨੇ ਜਿਨ੍ਹਾਂ ਜੀਵਾਂ ਦੇ ਮੱਥੇ ਦੇ ਉੱਪਰ ਲੇਖ ਲਿਖਿਆ ਤਿਸ ਸਿਰ ਨਾਹੇ। ਉਸ ਅਕਾਲ ਪੁਰਖ ਵਾਹਿਗੁਰੂ ਦੇ ਸਿਰ ਦੇ ਉੱਪਰ ਕੋਈ ਲੇਖ ਨਹੀਂ, ਉਹ 'ਤੇ ਜੀਵਾਂ ਦੇ ਲੇਖ ਬਣਾਉਂਦਾ। ਜਿਹੋ ਜੇ ਕਿਸੇ ਜੀਵ ਨੇ ਕਰਮ ਕੀਤੇ ਆ ਅਗਲੇ ਜਨਮ ਦੇ ਵਿੱਚ ਗੁਰਮੁਖੋ ਉਹਨੂੰ ਕਰਮ ਭੋਗਣੇ ਪੈਂਦੇ ਆ। ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਆ, ਪਰਮੇਸ਼ਰ ਦੀ ਬੰਦਗੀ ਕਰਕੇ ਉਹ ਲੇਖੇ ਤੋਂ ਮੁਕਤ ਹੋ ਜਾਂਦੇ ਆ। ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਧਰਮ ਰਾਜੇ ਦੀ ਕਚਹਿਰੀ ਦੇ ਵਿੱਚ ਗੁਰਮੁਖੋ ਕੋ ਲੇਖਾ ਜੋਖਾ ਨਹੀਂ ਦੇਣਾ ਪੈਂਦਾ। ਇਹ ਸਿੱਧ ਲੋਕੋ ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀਵਾਂ ਦੇ ਲੇਖ ਲਿਖਦਾ ਉਹਦੇ ਸਿਰ ਦੇ ਉੱਪਰ ਕਿਸੇ ਤਰ੍ਹਾਂ ਦਾ ਵੀ ਲੇਖਾ ਜੋਖਾ ਨਹੀਂ ਹੈ। ਜੇਵ ਫੁਰਮਾਏ ਤੇਵ ਪਾਹੇ। ਤੇ ਫਿਰ ਆਮ ਤੌਰ 'ਤੇ ਇਹ ਪ੍ਰਚਲਿਤ ਗੱਲ ਆ ਵੀ ਜਿਹੜਾ ਬ੍ਰਹਮਾ ਸ੍ਰਿਸ਼ਟੀ ਨੂੰ ਪੈਦਾ ਕਰਦਾ ਤੇ ਉਹ ਮੱਥੇ 'ਤੇ ਜੀਵਾਂ ਦੇ ਚੰਗੇ ਤੇ ਮਾੜੇ ਲੇਖ ਲਿਖਦਾ। ਜੇਕਰ ਬੰਦਗੀ ਵਾਲੀ ਰੂਹ ਆ ਉਹਦੇ ਮੱਥੇ ਦੇ ਸ੍ਰੇਸ਼ਟ ਲੇਖਿਆ ਨਿਖਿੱਧ ਕਰਮ ਕੀਤੇ ਆ, ਉਹਨਾਂ ਦੇ ਉਹ ਕਰਮ ਉਹੋ ਜਿਹੇ ਲੇਖ ਲਿਖੇ ਜਾਣੇ ਆ। ਤੇ ਸੱਚੇ ਪਾਤਸ਼ਾਹ ਕੀ ਉਹ ਬ੍ਰਹਮਾ ਆਪਣੀ ਮਰਜ਼ੀ ਨਾਲ ਹੀ ਜੀਵਾਂ ਦੇ ਲੇਖ ਲਿਖਦਾ? ਸੱਚੇ ਪਾਤਸ਼ਾਹ ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ ਕਥਨ ਕਰਦੇ ਆ, ਜੇਵ ਫਰਮਾਏ, ਜਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੁੰਦਾ ਉਸੇ ਤਰ੍ਹਾਂ ਬ੍ਰਹਮਾ ਜੀਵਾਂ ਦੀ ਲੇਖ ਤੇ ਪ੍ਰਾਲਬਧ ਲਿਖਦਾ ਹੈ। ਜੇਤਾ ਕੀਤਾ ਤੇਤਾ ਨਾਉ। ਫਿਰ ਜੇਤਾ ਕੀਤਾ, ਸੱਚੇ ਪਾਤਸ਼ਾਹ ਇਹ ਜਿਹੜੇ ਸਿੱਧਾਂ ਨੇ ਬੇਨਤੀ ਕੀਤੀ ਕਿ ਜਿਹੜੇ ਜੀਵ ਇਸ ਅਕਾਲ ਪੁਰਖ ਦੀ ਦਰਗਾਹ ਵਿੱਚੋਂ ਧਰਤੀ 'ਤੇ ਆਉਂਦੇ ਆ ਉਹ ਕੀ ਕਰਨ ਵਾਸਤੇ ਆਉਂਦੇ ਆ, ਧਰਤੀ 'ਤੇ ਕੀ ਲੈਣ ਵਾਸਤੇ ਆਉਂਦੇ ਆ। ਸੱਚੇ ਪਾਤਸ਼ਾਹ ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ ਕਥਨ ਕਰਦੇ ਆ, ਜੇਤਾ ਕੀਤਾ, ਜਿੰਨਾ ਵੀ ਸੰਸਾਰ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤਾ, ਤੇਤਾ ਨਾਉ,
ਜਿੰਨੇ ਵੀ ਅਕਾਲ ਪੁਰਖ ਵਾਹਿਗੁਰੂ ਨੇ ਜੀਵ ਜੰਤੂ ਪੈਦਾ ਕੀਤੇ ਆ, ਸਾਰੇ ਨਾਮ ਜਪਣ ਵਾਸਤੇ ਆਏ ਆ। ਆਪਾਂ ਰੋਜ਼ ਰਹਿਰਾਸ ਸਾਹਿਬ ਜੀ ਦੀ ਪਾਵਨ ਗੁਰਬਾਣੀ ਅੰਦਰ ਪੰਚਮ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਤੇ ਸੁਣਦੇ ਆ ਨਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਆਇਓ ਸੁਣਨ ਪੜ੍ਹਨ ਕਉ ਬਾਣੀ। ਇਹ ਜੀਵ ਸਿੱਧ ਲੋਕੋ ਬਾਣੀ ਪੜ੍ਹਨ ਵਾਸਤੇ ਤੇ ਬਾਣੀ ਸੁਣਨ ਵਾਸਤੇ ਆਉਂਦੇ ਆ। ਤੀਜੇ ਪਾਤਸ਼ਾਹ ਕੰਨਾਂ ਦੇ ਪ੍ਰਥਾਏ ਆਨੰਦ ਸਾਹਿਬ ਦੀ ਪਾਵਨ ਗੁਰਬਾਣੀ ਅੰਦਰ ਕਥਨ ਕਰਦੇ ਆ, ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੋ ਪਠਾਏ, ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਸੱਚੀ ਬਾਣੀ ਸੁਣਨ ਵਾਸਤੇ ਕੰਨ ਦੇ ਨਾਲ ਸਰੀਰ ਲੱਗਿਆ, ਪਰ ਨਹੀਂ ਕੰਨਾਂ ਦੇ ਨਾਲ ਕੀ ਕਰਦੇ ਦੁਨੀਆ ਦੇ ਲੋਕ, ਆਪਣੀ ਵਡਿਆਈ ਪਰਾਏ ਦੀ ਨਿੰਦਾ ਸੁਣਦੇ ਆ। ਨਾ ਤਾਂ ਆਪਣੀ ਵਡਿਆਈ ਸੁਣਨ ਵਾਸਤੇ ਕੰਨ ਲੱਗੇ ਆ, ਨਾ ਪਰਾਏ ਦੀ ਨਿੰਦਾ ਸੁਣਨ ਵਾਸਤੇ ਲੱਗੇ ਆ। ਜਿੰਨਾ ਵੀ ਸੰਸਾਰ ਅਕਾਲ ਪੁਰਖ ਵਾਹਿਗੁਰੂ ਨੇ ਸਿੱਧ ਲੋਕੋ ਪੈਦਾ ਕੀਤਾ, ਸਾਰਾ ਨਾਮ ਜਪਣ ਵਾਸਤੇ ਸੰਸਾਰ ਪੈਦਾ ਹੋਇਆ ਹੈ। ਵਿਣ ਨਾਵੈ ਨਾਹੀ ਕੋ ਥਾਉ, ਬਿਨਾਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਕੋਈ ਵੀ ਜਗ੍ਹਾ ਨਹੀਂ ਹੈ। ਕੁਦਰਤ ਕਵਨ ਕਹਾ ਵਿਚਾਰ, ਇਹ ਸੁਧ ਲੋਕੋ ਕੁਦਰਤ ਨਾਮ ਹੈ ਸ਼ਕਤੀ ਦਾ। ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ, ਜਿਹੜਾ ਅਕਾਲ ਪੁਰਖ ਵਾਹਿਗੁਰੂ ਆ, ਉਹਦਾ ਕੋਈ ਵਿਸਥਾਰ, ਉਹਦਾ ਕੋਈ ਵਰਣਨ ਕਰ ਸਕਦਾ? ਇਹ ਸਿੱਧ ਲੋਕੋ ਉਹਦੀ ਸ਼ਕਤੀ ਦਾ ਕੋਈ ਵੀ ਸੰਪੂਰਨ ਰੂਪ ਦੇ ਵਿੱਚ ਵਿਖਿਆਨ ਵਰਣਨ ਨਹੀਂ ਕਰ ਸਕਦਾ। ਕੁਦਰਤ ਕਵਣ ਕਹਾ ਵਿਚਾਰ, ਉਹਦੀ ਸ਼ਕਤੀ ਦਾ ਕੌਣ ਹੈ ਜਿਹੜਾ ਸੰਪੂਰਨ ਤੌਰ 'ਤੇ ਵਿਖਿਆਨ ਜਾਂ ਵਿਚਾਰ ਕਰ ਸਕੇ? ਪਰਮੇਸ਼ਰ ਦੀ ਜਿਹੜੀ ਸ਼ਕਤੀ ਆ ਉਹ ਬੇਅੰਤ ਸੀ, ਬੇਅੰਤ ਹੈ, ਆਉਣ ਵਾਲੇ ਸਮੇਂ ਵਿੱਚ ਵੀ ਬੇਅੰਤ ਰਹੇਗੀ। ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਦਾ ਕੋਈ ਵੀ ਸੰਪੂਰਨ ਰੂਪ ਦੇ ਵਿੱਚ ਕਥਨ ਨਹੀਂ ਕਰ ਸਕਦਾ ਹੈ। ਵਾਰਿਆ ਨਾ ਜਾਵਾ ਏਕ ਵਾਰ, ਅਸੀਂ ਲੋਕ ਉਸ ਅਕਾਲ ਪੁਰਖ ਵਾਹਿਗੁਰੂ ਦੇ ਏਕ ਵਾਰ ਏਕ ਰੋਮ ਦਾ ਵੀ ਕਥਨ ਵਿਖਿਆਨ ਨਹੀਂ ਕਰ ਸਕਦੇ ਹਾਂ। ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਹੈ ਉਹ ਹੀ ਸ੍ਰੇਸ਼ਟ ਉੱਤਮ ਕਾਰ ਹੈ। ਤੂੰ ਸਦਾ ਸਲਾਮਤ ਨਿਰੰਕਾਰ, हे ਅਕਾਲ ਪੁਰਖ ਵਾਹਿਗੁਰੂ ਤੂੰ ਸਦਾ ਵਾਸਤੇ ਸਦੀਵ ਕਾਲ ਅਟਲ ਰਹਿਣ ਵਾਲਾ, ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਹਾ ਸਮਾਏ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਵੇਖੋ ਅੱਜ ਚੀਜ਼ ਨਵੀਂ ਆ ਅਤੇ ਥੋੜ੍ਹੇ ਚਿਰ ਬਾਅਦ ਉਹ ਪੁਰਾਣੀ ਹੋ ਜਾਣੀ ਆ। ਪਸ਼ੂ ਜੰਮਿਆ ਪੈਦਾ ਹੋਇਆ, ਬੱਚਾ ਨੌਜਵਾਨ ਅਤੇ ਬਿਰਧ ਹੋ ਗਿਆ। ਇਸੇ ਤਰ੍ਹਾਂ ਜੀਵ ਜੰਮਿਆ, ਜਵਾਨ ਹੋਇਆ ਅਤੇ ਪੁਰਾਣਾ ਹੋ ਗਿਆ। ਇੱਕੋ ਇੱਕ ਪਰਮੇਸ਼ਰ ਹੈ। ਸਾਹਿਬ ਮੇਰਾ ਨੀਤ ਨਵਾਂ, ਸਾਹਿਬ ਨਾਮ ਹੈ ਮਾਲਕ ਦਾ, ਪਰਮੇਸ਼ਰ ਦਾ। ਉਹ ਨਿਤ ਪ੍ਰਤੀ ਨਵਾਂ ਰਹਿੰਦਾ ਹੈ, ਉਹ ਕਦੇ ਪੁਰਾਣਾ ਨਹੀਂ ਹੁੰਦਾ। ਨਾ ਆਵੈ ਨਾ ਜਾਏ, ਜੰਮ ਕਰਕੇ ਆਉਂਦਾ ਨਹੀਂ, ਮਰ ਕਰਕੇ ਧਰਤੀ ਤੋਂ ਗੁਰਮੁਖੋ ਕਦੇ ਵਾਸਤੇ ਜਾਂਦਾ ਨਹੀਂ। ਇਹ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੇ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ। 10 ਪਾਸੋਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਏਕ ਨਹੀਂ ਅਨੇਕ ਹੀ ਪ੍ਰਕਾਰ ਦੀਆਂ ਬੇਅੰਤ 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 ਭੁੱਲਾਂ ਤਰੁੱਟੀਆਂ ਜ਼ਰੂਰ ਹੋਈਆਂ ਹੋਣਗੀਆਂ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅਤੇ ਗੁਰੂ ਕੀ ਖਾਲਸਾ ਸਾਧ ਸੰਗਤ ਨੇ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ। ਪੜ੍ਹੀ ਗੁਰਬਾਣੀ, ਕੀਰਤਨ, ਕਥਾ ਵਿਚਾਰ ਦਾ ਮਹਾਤਮ ਆਪਣੇ ਸਾਰੇ ਹੀ ਕਲਯੁਗੀ ਜੀਵਾਂ ਦੇ ਹਿਰਦਿਆਂ 'ਤੇ ਵਸਾਉਣ, ਤਾਂ ਕਿ ਆਪਣਾ ਸਾਰਿਆਂ ਦਾ
ਇਹ ਲੋਕ ਸੁਖੀਏ ਪਰਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਨੂੰ ਆਪਾਂ ਸਾਰੇ ਪ੍ਰਾਪਤ ਕਰ ਸਕੀਏ ਜੀ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।